ਜਿਹੜੇ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਰੱਦ ਹੋਈ ਆ ਉਹ ਲਗਾਤਾਰ ਪ੍ਰੋਟੈਸਟ ਕਰ ਰਹੇ ਆ। ਉਹਨਾਂ ਦੇ ਕੋਲ ਪਹੁੰਚੇ ਹੋਏ ਆ ਔਰ ਇਹਨਾਂ ਵਿੱਚੋਂ ਬਹੁਤ ਸਾਰੇ ਐਸੇ ਭੈਣ ਭਰਾ ਨੇ, ਐਸੇ ਨੌਜਵਾਨ ਨੇ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਨੌਕਰੀਆਂ ਪਹਿਲਾਂ ਛੱਡੀਆਂ ਹੋਈਆਂ ਸੀ। 1996 ਵਿੱਚ ਮੇਰੇ ਚਾਚਾ ਜੀ ਨੇ ਰਵੀ ਸਿੱਧੂ ਕੇਸ ਦੇ ਕਰਕੇ ਉਹਨਾਂ ਦੀ ਭਰਤੀ ਜਿਹੜੀ ਲੜਕੀ ਸੀ। ਔਰ ਇਹਨੂੰ ਮੈਂ ਖੁਸ਼ੀ ਵਾਲੀ ਗੱਲ ਕਹਾਂ ਤੇ ਜਾਂ ਮੈਂ ਦੁੱਖ ਵਾਲੀ ਗੱਲ ਕਹਾਂ, 2021 ਦੇ ਵਿੱਚ ਮੇਰੇ ਚਾਚਾ ਜੀ 26 ਸਾਲ ਬਾਅਦ ਮੇਰੇ ਨਾਲ ਭਰਤੀ ਹੋਏ ਸੀ। ਮਤਲਬ ਤੁਸੀਂ ਇਕੱਠੇ ਦੋਨੋਂ ਮਤਲਬ ਇੱਕ ਟਾਈਮ ਤੇ ਭਰਤੀ ਹੋਏ? 2.5 ਦਹਾਕਿਆਂ ਬਾਅਦ ਉਹ ਭਰਤੀ ਹੋਏ ਤੁਹਾਡੇ ਨਾਲ? ਬਿਲਕੁਲ। ਤੇ ਮੈਂ ਨਹੀਂ ਚਾਹੁੰਦੀ ਕਿ ਸਾਡਾ ਵੀ ਇਤਿਹਾਸ ਉਸੇ ਤਰ੍ਹਾਂ ਰਿਪੀਟ ਕੀਤਾ ਜਾਏ, ਸਾਨੂੰ ਸੜਕਾਂ 'ਤੇ ਰੋੜਿਆ ਜਾਏ। ਔਰ ਵਾਕਈ ਅਸੀਂ ਜਿਹੜੀ ਬਦਲਾਅ ਵਾਲੀ ਸਰਕਾਰ ਚੁਣੀ ਸੀ ਤੇ ਉਹਨਾਂ ਨੇ ਸਾਡੇ ਨਾਲ ਬਦਲਾ ਲਿਆ ਹੈ, ਸਾਡਾ ਬਦਲਾਵ ਕੋਈ ਨਹੀਂ ਕੀਤਾ। ਅਸੀਂ ਉਹਨਾਂ ਦੇ ਜਵਾਬ ਚਾਹੁੰਦੇ ਹਾਂ। 20 ਥੀਅਰ ਜੇ ਪੜ੍ਹੇ ਲਿਖੇ ਮੰਤਰੀ ਨੇ, ਅਸੀਂ ਹੀ ਚੁਣੇ ਨੇ ਕਿ ਸਾਨੂੰ ਸੜਕਾਂ 'ਤੇ ਰੋਲਣ ਲਈ ਉਹਨਾਂ ਨੇ ਸੁੱਟਿਆ ਸੀ। ਸਾਨੂੰ ਕਿੰਨੇ ਕੈਂਡੀਡੇਟ ਨੇ, ਮੇਰੀ ਫਰੈਂਡ ਹੈ ਕੌਣ ਬਣੇਗਾ ਕਰੋੜਪਤੀ ਤੱਕ ਗਈ, ਉਹਦੇ ਫਾਦਰ ਮਾਲੀ ਨੇ, ਕਿ ਸਾਡਾ ਇਹ ਕਸੂਰ ਹੋ ਗਿਆ, ਅਸੀਂ ਜ਼ਿਆਦਾ ਪੜ੍ਹ ਲਿਖ ਗਏ ਤੇ ਅਸੀਂ ਆਪਣੇ ਹੱਕ ਮੰਗ ਰਹੇ। ਵਾਅਦਾ ਕੀਤਾ ਕਿ ਮੈਂ ਟੀਚਰ ਦਾ ਬੇਟਾ ਜੀ, ਮੈਨੂੰ ਪਤਾ ਕਿ ਸਿੱਖਿਆ ਦਾ ਕੀ ਮੰਤਵ ਹੈ, ਕੀ ਇੰਪੋਰਟੈਂਸ ਹੈ ਸਿੱਖਿਆ ਦੀ, ਤਾਂ ਅਸੀਂ ਉਹਦੇ ਤੇ ਪੂਰਾ ਕੰਮ ਕਰਾਂਗੇ। ਅਸੀਂ 1158 ਦੀ ਭਰਤੀ ਪਹਿਲੇ ਜਿਹੜੀ ਸਾਡੀ ਪ੍ਰਾਇੋਰਟੀ ਹੈ ਉਹਦੇ ਤੇ ਪੂਰ ਕਰਾਂਗੇ। ਪਰ ਹੁਣ ਤੁਹਾਡੇ ਸਾਹਮਣੇ ਹੀ ਹੈ, ਅਸੀਂ ਕਿੰਨੇ ਪ੍ਰੋਟੈਸਟ ਕਰ ਚੁੱਕੇ ਹਾਂ, ਕਿੰਨੀ ਵਾਰੀ ਅਸੀਂ ਇਹਨਾਂ ਤੇ ਇੱਕ ਮੀਟਿੰਗ ਲੈਣ ਦੀ ਇੱਕ ਰਿਕੁਐਸਟ ਹੀ ਕਰ ਰਹੇ ਹਾਂ ਕਿ ਸਾਨੂੰ ਇੱਕ ਮੀਟਿੰਗ ਕਰ ਲਓ, ਸਾਡੀ ਗੱਲ ਸੁਣ ਲਓ। ਅਸੀਂ ਪੰਜਾਬ ਦੇ ਸਰਕਾਰੀ ਕਾਲਜ ਬਚਾਉਣੇ ਆ, ਬੱਚਿਆਂ ਦੀ ਅੱਗੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਅਸੀਂ ਪੂਰੀ ਉਹਨਾਂ ਨੂੰ ਪ੍ਰੋਟੈਕਟ ਕਰਨਾ। ਪਰ ਨਾ ਜੀ, ਇਹਨਾਂ ਦਾ ਤਾਂ ਇੱਥੋਂ ਹੀ ਲੱਗ ਰਿਹਾ ਕਿ ਇਹਨਾਂ ਦਾ ਕੋਈ ਰਿਸਪੌਂਸਿਬਲ ਬਿਹੇਵੀਅਰ ਨਹੀਂ ਸ਼ੋ ਕਰ ਰਹੇ ਜੀ। ਖੇਡਾਂ ਵਤਨੀਆਂ ਦੇ ਨਾਮ ਤੇ ਤੁਸੀਂ ਸਾਰੇ ਕਿਤੇ ਵੋਟਾਂ ਬਟੋਰਨ ਦੀ ਅੱਗੇ ਆਪਣੀ ਤੁਸੀਂ ਨੁਮਾਇਸ਼ ਕਰ ਰਹੇ ਹੋ। ਅਸੀਂ ਆਹ ਕਰ ਰਹੇ ਹਾਂ, ਅਸੀਂ ਇੱਥੇ ਪਹੁੰਚ ਗਏ, ਉੱਥੇ ਪਹੁੰਚ ਗਏ। ਸਰ, ਮੇਰੇ ਕਾਲਜ ਦੇ ਵਿੱਚ ਨਾ ਤਾਂ ਕੋਈ ਗਰਾਊਂਡ ਹੈ, ਸਟਾਕ ਰਜਿਸਟਰ ਦੇ ਨਾਮ ਤੇ ਮੈਂ ਉੱਥੇ ਐਂਟਰੀ ਕੀ ਕਰਾਂ, ਇੱਕ ਬਾਲ ਤੱਕ ਦੀ ਪਰਚੇਜ਼ ਜਿਹੜੀ ਉਹ ਕਰਨ ਦੀ ਮੇਰੇ ਕਾਲਜ 'ਚ ਫੰਡ ਨਹੀਂ ਹੈਗਾ। ਸਤਿ ਸ਼੍ਰੀ ਅਕਾਲ, ਪੰਜਾਬ ਲੋਕਮਤ ਟੀਵੀ ਨਾਲ ਜੁੜੇ ਹੋਏ ਹੋ। ਮੈਂ ਜਸਪਾਲ ਮਾਨ। ਸਾਡੇ ਸੀਐਮ ਸਾਹਿਬ ਕਿਸੇ ਵੇਲੇ ਆਖਦੇ ਹੁੰਦੇ ਸੀ ਕਿ ਮੇਰਾ ਹਰਾ ਪੈਨ ਰੁਕੇਗਾ ਨਹੀਂ, ਨੌਜਵਾਨਾਂ ਨੂੰ ਰੋਜ਼ਗਾਰ ਮਿਲਣਗੇ ਔਰ ਕਿਸੇ ਨੂੰ ਧਰਨਾ ਮੁਜ਼ਾਹਰਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਪਰ ਹਾਲਾਤ ਉਸ ਦੇ ਉਲਟ ਨੇ। ਜਿਹੜੇ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਰੱਦ ਹੋਈ ਆ ਉਹ ਲਗਾਤਾਰ ਪ੍ਰੋਟੈਸਟ ਕਰ ਰਹੇ ਆ। ਉਹਨਾਂ ਦੇ ਕੋਲ ਪਹੁੰਚੇ ਹੋਏ ਆ ਔਰ ਇਹਨਾਂ ਵਿੱਚੋਂ ਬਹੁਤ ਸਾਰੇ ਐਸੇ ਭੈਣ ਭਰਾ ਨੇ, ਐਸੇ ਨੌਜਵਾਨ ਨੇ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਨੌਕਰੀਆਂ ਪਹਿਲਾਂ ਛੱਡੀਆਂ ਹੋਈਆਂ ਸੀ ਕਿ ਅਸੀਂ ਵੱਡੀ ਨੌਕਰੀ ਹਾਸਲ ਕਰ ਲਈਏ। ਪਰ ਵੱਡੀ ਨੌਕਰੀ ਤੋਂ ਬਾਅਦ ਆ ਕੇ ਇਹਨਾਂ ਨੂੰ ਮਿਲ ਕੀ ਰਿਹਾ, ਸਿਲਾ ਕੀ ਮਿਲ ਰਿਹਾ, ਇਹਨਾਂ ਨਾਲ ਗੱਲਬਾਤ ਕਰਾ ਲੈਣੇ, ਜਾਣ ਲਓ। ਇਹਨਾਂ ਤੋਂ ਖੁਦ ਹੀ ਤੁਸੀਂ ਪੁੱਛ ਲਓ ਕਿ ਇਹਨਾਂ ਦੇ ਕੀ ਹਾਲ ਚਾਲ ਨੇ। ਇਹਨਾਂ ਦੇ ਹਾਲ ਚਾਲ ਇਸ ਤਰ੍ਹਾਂ ਦੇ ਨੇ ਕਿ ਜਿਹੜੀਆਂ ਨੌਕਰੀਆਂ ਪਹਿਲਾਂ ਛੱਡ ਕੇ ਆਈਆਂ ਉਹ ਵੀ ਖੁਸ਼ ਸੀਗੀਆਂ ਔਰ ਜਿਹੜੀ ਨੌਕਰੀ ਪ੍ਰਾਪਤ ਕੀਤੀ ਉਹ ਸਰਕਾਰ ਦੀ ਨਲਾਇਕੀ ਦੇ ਨਾਲ ਜਾਂ ਹਾਕਮਾਂ ਦੀ ਬੇਵਕੂਫੀ ਕਰਕੇ ਉਹ ਵੀ ਇਹਨਾਂ ਦੇ ਹੱਥਾਂ ਦੇ ਵਿੱਚੋਂ ਖੁੱਸ ਗਈ ਆ। ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਬਾਈ ਜੀ, ਕੀ ਨਾਮ ਆ ਤੁਹਾਡਾ, ਕਿੱਥੋਂ ਜੀ, ਕਿੱਥੋਂ ਨੇ ਬਿਲੋਂਗ ਕਰਦੇ ਹੋ ਤੁਸੀਂ? ਅਬੋਹਰ ਤੋਂ ਕਰਦੇ ਹੋ। ਪਹਿਲਾਂ ਕਿੱਥੇ ਜੌਬ ਕਰ ਰਹੇ ਸੀਗੇ? ਮੈਂ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ 'ਚ ਸੀਗਾ, ਮਾਸਟਰ ਦੇ। ਠੀਕ ਹੈ। ਮੈਂ 6 ਸਾਲ ਜੌਬ ਕੀਤੀ ਹੈ। ਹਾਂ। ਉੱਥੋਂ ਫਿਰ ਮੈਂ ਜਦੋਂ ਜੌਬ ਦੇ ਵਿੱਚ ਆਇਆ, ਉੱਥੋਂ ਮੇਰੇ ਤੋਂ ਉਹਨਾਂ ਨੇ ਜਿਹੜੀ ਸਰਕਾਰ ਹੈ ਇਹਨੇ ਕਿਹਾ ਵੀ ਤੁਸੀਂ ਆਪਦਾ ਪਰਮਾਨੈਂਟ ਜਿਹੜਾ ਰੈਜ਼ੀਡੇਸ਼ਨ ਦੇ ਦਿਓ, ਇੱਥੇ ਜਾਣਾ। ਉਧਰੋਂ ਰਿਜ਼ਾਈਨ ਕਰਕੇ ਆਏ, ਇੱਥੇ ਆਏ? ਅੱਛਾ ਜੀ। ਤੇ ਜੀ ਮੈਂ ਪਹਿਲਾਂ ਵੀ ਪੰਜਾਬ ਦੇ ਵਿੱਚ 4 ਜਿਹੜੀ ਜੌਬਸ ਹੈ ਉਹ ਮੈਂ ਕਰਕੇ ਆਇਆ। ਮਤਲਬ ਮੈਂ ਸਿਲੈਕਟ ਹੋ ਚੁੱਕਿਆ ਸੀਗਾ, ਮੈਂ ਉਹ ਨਹੀਂ ਜੁਆਇਨ ਕੀਤੀਆਂ ਕਿਉਂਕਿ ਕਾਲਜ ਕੈਡਰ ਦੀ ਜਿਹੜੀ ਜੌਬ ਸੀ ਜਿਹਦੀ ਹਰੇਕ ਇਨਸਾਨ ਨੂੰ ਐਕਸਪਲੋਰ ਕਰਨ ਦਾ ਹੈ, ਤੇ ਮੈਂ ਉਸ ਵਿੱਚ ਆਇਆ। ਬਟ ਨਾ ਤਾਂ ਮੈਂ ਪਿਛਲੀ ਜੌਬ ਦੇ ਵਿੱਚ ਜਾ ਸਕਦਾ ਹਾਂ ਤੇ ਇਸ ਜੌਬ ਦੇ ਵਿੱਚ ਵੀ ਤਲਵਾਰ ਹੈ ਲਟਕੀ। ਘਰ ਦੇ ਕੀ ਕਹਿੰਦੇ ਆ ਹੁਣ? ਕਰਦੇ ਕਹਿੰਦੇ ਵੀ ਕੁਝ ਕਰੋ, ਹੁਣ ਕਰੀਏ ਕੀ, ਕਿਸੇ ਪਾਸੇ ਹੀ ਨਹੀਂ ਰਹੇ। ਨਾ ਤਾਂ ਵਾਪਸ ਜਾ ਸਕਦੇ ਹਾਂ, ਨਾ ਇੱਧਰ ਕੁਛ ਹੋ ਰਿਹਾ ਸਾਡਾ। ਜੀ। ਬਾਈ ਜੀ, ਕੀ ਨਾਮ ਆ ਤੁਹਾਡਾ, ਕਿੱਥੋਂ? ਡਾਕਟਰ ਸੰਦੀਪ ਜੀ। ਅੱਛਾ ਜੀ। ਕਿੱਥੋਂ ਬਿਲੋਂਗ ਕਰਦੇ ਹੋ? ਜਲੰਧਰ ਤੋਂ ਬਿਲੋਂਗ ਕਰਦਾ ਹਾਂ। ਅੱਛਾ ਜੀ। ਤੇ ਕੁੱਲ ਮਿਲਾ ਕੇ ਇਹ ਮੇਰੀ 6ਵੀਂ ਸਰਕਾਰੀ ਨੌਕਰੀ ਆ। 6ਵੀਂ ਸਰਕਾਰੀ ਨੌਕਰੀ? ਸਰਕਾਰੀ ਨੌਕਰੀ ਮਤਲਬ 5 ਛੱਡ ਕੇ ਤੁਸੀਂ ਅਸਿਸਟੈਂਟ ਪ੍ਰੋਫੈਸਰ ਬਣੇ ਸੀਗੇ? 5 ਛੱਡ ਕੇ ਵੈਸੇ ਜੁਆਇਨ ਤਾਂ ਜੀ ਮੈਂ ਤੀਜੀ ਕੀਤੀ ਆ। ਪਹਿਲੇ ਜਿਹੜੀਆਂ 3 ਭਰਤੀਆਂ ਕੋਈ ਇੱਧਰ ਦੀ ਲਟਕੇ ਪਈਆਂ ਜਿਹੜੀ ਸਰਕਾਰ ਦਾ ਇਸ ਮੈਟਰ ਤੇ ਕਦੀ ਕੋਈ ਕਾਨੂੰਨ ਨਹੀਂ ਆਇਆ, ਕਦੀ ਕੋਈ ਬਿਆਨ ਨਹੀਂ ਆਇਆ ਵੀ ਜੇ ਭਰਤੀ ਲਟਕਦੀ ਆ ਕੈਂਡੀਡੇਟ ਦੇ ਹੱਥੋਂ ਕੋਈ ਵੀ ਗੁਨਾਹ ਨਹੀਂ ਹੁੰਦਾ। ਕੇਸ ਉਹਨਾਂ ਦੇ ਵੀ ਚੱਲ ਰਹੇ ਜਿਹੜੀਆਂ ਲਟਕੀਆਂ? ਚੱਲ ਰਿਹਾ ਜੀ। ਇੱਕ ਚੰਡੀਗੜ੍ਹ ਆ ਮੇਰੀ ਭਰਤੀ ਜੀ, ਉਹਦਾ ਕੇਸ ਚੱਲਦਾ, ਉੱਥੇ ਮੈਂ ਕਰੰਟ ਜੌਬ ਤੇ ਸੀਗਾ। ਤੇ ਫਰਦਰ ਉੱਥੋਂ ਜਦੋਂ ਇੱਧਰ ਸਿਲੈਕਸ਼ਨ ਹੋਈ ਤੇ ਮੈਂ ਕਿਹਾ ਚਲੋ ਯਾਰ ਉੱਧਰ ਕੇਸ ਕੋਸਾ ਛੱਡੋ, ਕਿਹੜਾ ਇੱਧਰ ਰੱਪੜ 'ਚ ਪਵੇ। ਆਪਾਂ ਚਾਹੁੰਦੇ ਹਾਂ ਐਜ਼ ਪਰ ਕੁਆਲੀਫਿਕੇਸ਼ਨ ਵੀ ਆਪਣੀ ਕਾਲਜ ਕੈਡਰ ਦੀ ਨੌਕਰੀ ਆ ਉਹ ਜੁਆਇਨ ਕਰੀਏ। ਬੜੀ ਆਸ ਲੈ ਕੇ ਅਸੀਂ ਪੰਜਾਬ 'ਚ ਅਸੀਂ ਵਾਪਸ ਆਪਣੇ ਘਰ ਆਏ ਸੀ ਵੀ ਚਲੋ ਘਰੋਂ ਘਰੀ ਜਾਵਾਂਗੇ, ਕਿੱਥੇ ਚੰਡੀਗੜ੍ਹ ਪੱਤਰਾ ਸ਼ਹਿਰ ਰਹਿਣਾ ਆਪਾਂ। ਬਟ ਇੱਥੇ ਆ ਕੇ ਵੀ ਉਹੀ ਸਟੇ ਸਾਰਾ ਰਿਪੀਟ ਹੋ ਰਿਹਾ ਜੀ। ਦੁਬਾਰਾ ਕੇਸ ਤੇ ਕੇਸ ਹੋ ਰਿਹਾ, ਕੋਈ ਜਿਹੜੀ ਕਿ ਸਰਕਾਰ ਕਿਸ ਦਾ ਪੱਲਾ ਨਹੀਂ ਫੜ ਰਹੀ। ਬਸ ਉਹ ਇਹਨੂੰ ਇਹ ਹੈ ਕਿ ਇਹ ਭਰਤੀ ਜਿੱਦਾਂ ਮਰਜ਼ੀ ਕਰਕੇ ਇੱਕ ਪਾਸੇ ਹੋ ਜਾਵੇ ਤੇ ਅਸੀਂ ਕੁਛ ਆਪਣਾ ਕੱਢੀਏ, ਆਪਣਾ ਕੋਈ ਨਾ ਕੋਈ ਕ੍ਰੈਡਿਟ ਲਈਏ। ਮਤਲਬ ਹੁਣ ਤਾਂ ਸਿਰਫ ਇਹੀ ਰਹਿ ਗਿਆ ਕਿ ਕੇਸ ਲੜੀ ਜਾਓ ਬਸ? ਇਹੀ ਹੈ ਜੀ। ਮੈਂ ਖੁਦ ਕਹਿ ਰਿਹਾ, ਮੇਰੇ ਨਾਲ ਮੇਰੇ ਜੂਨੀਅਰ ਬੱਚਿਆਂ ਨੇ ਵੀ ਮੈਨੂੰ ਅੱਜ ਤੱਕ
ਲਿਆ ਕੇ ਨਾ ਆਪਣੇ ਪ੍ਰੋਬੇਸ਼ਨ ਕਲੀਅਰ ਦੇ ਸਰਟੀਫਿਕੇਟ ਦਿਖਾ ਦਿੱਤੇ ਆ, ਠੀਕ ਹੈ, ਤੇ ਪਲੱਸ ਉਹਦੀ ਕਨਫਰਮੇਸ਼ਨ ਤੱਕ ਹੋ ਗਈ। ਬਟ ਮੈਂ ਅੱਜ ਤੱਕ ਮੈਨੂੰ 6 ਤੋਂ 7 ਸਾਲ ਹੋ ਗਿਆ ਜੋਬ ਦੇ ਵਿੱਚ, ਸਰਕਾਰੀ ਦੇ ਵਿੱਚ, ਮੇਰਾ ਅੱਜ ਤੱਕ ਪ੍ਰੋਬੇਸ਼ਨ ਨਹੀਂ ਕਲੀਅਰ ਹੋਇਆ। ਬਾਈ ਗਿਲਟੀ ਨਹੀਂ ਫੀਲ ਹੁੰਦੀ ਕਦੇ ਕਦੇ ਯਾਰ ਵੀ ਆਹ ਮੇਰੇ ਕੀ ਕਰ ਘਰਦੇ ਨੂੰ ਜ਼ਿਆਦਾ ਫੀਲ ਹੁੰਦੀ ਹੈ ਜੀ, ਉਹ ਕਹਿੰਦੇ ਜਿਹੜਾ ਪੈਸਾ ਤੇਰੇ ਇਨੀ ਸਟੱਡੀ ਤੇ ਲਾਇਆ, ਦੁਆਬੇ ਤੋਂ ਬਿਲੋਂਗ ਕਰਦਾ ਜੀ, ਤੁਹਾਨੂੰ ਪਤਾ ਦੁਆਬੇ 'ਚ ਹੀ ਹੈ ਜੀ, +2 ਕਰੋ ਤੇ ਬਾਅਦ 'ਚ ਜੋ। ਬਟ ਮੈਂ ਬੜਾ ਅੜਿਆ, ਮੈਂ ਕਿਹਾ ਨਹੀਂ ਜੀ, ਅਸੀਂ ਪੰਜਾਬ ਦਾ ਭਵਿੱਖ ਸੁਧਾਰਾਂਗੇ। ਅਸੀਂ ਪੜ੍ਹਿਆ ਲਿਖਿਆ ਵਰਗ ਇੱਥੋਂ ਚਲਾ ਗਿਆ ਤੇ ਪੰਜਾਬ ਨੂੰ ਕਿੰਨੇ ਬਾਂਹ ਫੜਨੀ ਹੁੰਦਾ ਪੰਜਾਬ ਦੀ। तो सोच के मैं बहुत कुछ पढ़िया, नैट JRF PhD सब कंप्लीट किया, एंड टाइम कर लिया तो बट फिर भी इतने कितना कितना आके हूँ मैं खुद सोचता शायद ना जे घर की गल मान लें तो चंगा रहिंदा, क्योंकि इन्ने साल तुसीं खज्जल खुआर होंदे हो जबकि तुहाडा कोई गुनाह भी नहीं है। ये सारे सरकार ਦੀਆਂ ਮਾੜੇ ਨੀਤੀਆਂ ਕਰਕੇ ਐਜੂਕੇਸ਼ਨ ਮਿਨਿਸਟਰ ਤਾਂ ਮਤਲਬ ਇਹ ਕਹਿ ਲਓ ਕਿ ਇਹ ਤਾਂ ਹੈ ਨਹੀਂ ਕਿ ਅਨਪੜ੍ਹ ਆ, ਵਧੀਆ ਪੜ੍ਹੇ ਲਿਖੇ ਨੇਗੇ, ਸਮਝਦੇ ਨਹੀਂ, ਫੀਲ ਨਹੀਂ ਕਰਦੇਗੇ ਜਾਂ ਕਦੇ ਹੋਇਆ ਨਹੀਂ ਕਿ ਰਾਬਤਾ ਪਤਾ ਨਹੀਂ ਇਹਦੇ ਬਾਰੇ ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ। ਪਰ ਜਿੱਥੇ ਤੱਕ ਮੈਨੂੰ ਲੱਗਦਾ ਸੀ ਹੁਣ ਪੜ੍ਹੀ ਲਿਖੀ ਸਰਕਾਰ ਆਈ ਹੈ ਜੀ, ਅਸੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਬਦਲਾਅ ਲਿਆਵੇ ਪੰਜਾਬ 'ਚ। ਮੈਂ ਖੁਦ ਆਪਣੀ ਵੋਟ ਪਾਈ ਆ, ਮੇਰੇ ਘਰ ਦੇ ਵੀ, ਉਹਨਾਂ ਨੂੰ ਮੈਂ ਬੜਾ ਕਹਿ ਕੇ ਸਮਝਾ ਕੇ ਨਹੀਂ ਚੇਂਜ ਕਰੋ, ਬਦਲਾਅ ਆਏਗਾ। ਪਰ ਅੱਜ ਜੋ ਬਦਲਾਅ ਮੇਰੀ ਜ਼ਿੰਦਗੀ 'ਚ ਆਇਆ ਜਾਂ ਮੇਰੇ ਸਾਥੀਆਂ ਜਾਂ ਪੂਰੇ ਪੰਜਾਬ ਵਿੱਚ ਆਇਆ, ਅਸੀਂ ਇਹ ਬਦਲਾਅ ਕਦੇ ਨਹੀਂ ਸੀ ਚਾਹਿਆ। ਜੀ ਜੀ ਜੀ, ਅੱਗੇ ਚੱਲਣੇ ਨੇ। ਭੈਣ ਜੀ ਕੀ ਨਾਮ ਆ, ਕਿੱਥੋਂ ਬਿਲੋਂਗ ਕਰਦੇ ਆ? सर मेरा नाम डॉक्टर परमजीत कौर है, मैं अमृतसर की रहने वाली हाँ और मैं PhD तक पढ़ चुकी हाँ फिजिकल एजुकेशन के एज ए असिस्टेंट प्रोफैसर के तौर पर। मैं सरकारी कॉलेज हुशियारपुर ज्वाइन किया है, पिछले 10 महीनों तो मैं उत्थे जॉब कर रही हूँ। अच्छा जी। थोड़ा जिहा ਇਹਦੇ इतिहास बारे दस देवां क्योंकि मेरी फैमिली की स्टोरी है। 1996 ਵਿੱਚ ਮੇਰੇ ਚਾਚਾ ਜੀ ਨੇ ਰਵੀ ਸਿੱਧੂ ਕੇਸ ਦੇ ਕਰਕੇ ਉਹਨਾਂ ਦੀ ਭਰਤੀ ਜਿਹੜੀ ਲੜਕੀ ਸੀ, ਔਰ ਇਹਨੂੰ ਮੈਂ ਖੁਸ਼ੀ ਵਾਲੀ ਗੱਲ ਕਵਾਂ ਤੇ ਜਾਂ ਮੈਂ ਦੁੱਖ ਵਾਲੀ ਗੱਲ ਕਵਾਂ, 2021 ਦੇ ਵਿੱਚ ਮੇਰੇ ਚਾਚਾ ਜੀ 26 ਸਾਲ ਬਾਅਦ ਮੇਰੇ ਨਾਲ ਭਰਤੀ ਹੋਏ ਸੀ। ਸਾਡੇ ਪਰਿਵਾਰ ਦੇ ਵਿੱਚ ਇੱਕ ਪੀੜ੍ਹੀ ਦਾ ਮਤਲਬ gap ਤੁਸੀਂ ਪੈ ਗਿਆ। ਤੁਸੀਂ ਇਕੱਠੇ ਦੋਨੋਂ ਮਤਲਬ ਇੱਕ ਟਾਈਮ ਤੇ ਭਰਤੀ ਹੋਏ, ਜੀ, ਬਿਲਕੁਲ। 2.5 ਦਹਾਕਿਆਂ ਬਾਅਦ ਉਹ ਭਰਤੀ ਹੋਏ ਤੁਹਾਡੇ ਨਾਲ। ਬਿਲਕੁਲ, ਤੇ ਮੈਂ ਨਹੀਂ ਚਾਹੁੰਦੀ ਕਿ ਸਾਡਾ ਵੀ ਇਤਿਹਾਸ ਉਸੇ ਤਰ੍ਹਾਂ ਰਿਪੀਟ ਕੀਤਾ ਜਾਏ, ਸਾਨੂੰ ਸੜਕਾਂ 'ਤੇ ਰੋਲਿਆ ਜਾਏ। ਔਰ ਵਾਕਈ ਅਸੀਂ ਜਿਹੜੀ ਬਦਲਾਅ ਵਾਲੀ ਸਰਕਾਰ ਚੁਣੀ ਸੀ ਤੇ ਉਹਨਾਂ ਨੇ ਸਾਡੇ ਨਾਲ ਬਦਲਾ ਲਿਆ ਹੈ, ਸਾਡਾ ਬਦਲਾਵ ਕੋਈ ਨਹੀਂ ਕੀਤਾ। ਈਵਨ ਮੈਂ ਤੇ ਮੇਰੇ ਹਸਬੈਂਡ ਨੇ IELTS ਵੀ ਕੀਤੀ, 8 ਬੈਂਡ ਵੀ ਲਏ, PR ਦੀ ਫਾਈਲ ਵੀ ਲਗਾਉਣ ਜਾ ਰਹੇ ਸੀ, ਪਰ ਗ੍ਰਾਂਟੀ ਨੀਡ ਦੇ ਅੰਡਰ ਅਸੀਂ ਮੈਂ ਜੌਬ ਕੀਤੀ ਤੇ ਉੱਥੇ ਵੀ ਮੈਂ ਰੈਗੂਲਰ ਹੋ ਚੁੱਕੀ ਸੀ, ਪਰ ਕੁਝ ਪਰਿਵਾਰਕ ਕਾਰਨਾਂ ਕਰਕੇ ਮੈਨੂੰ ਉਹ ਜੌਬ ਛੱਡ ਕੇ ਮੈਂ ਇੱਧਰ ਆ ਗਈ ਸਰਕਾਰੀ ਕਾਲਜ 1158 ਦੀ ਭਰਤੀ ਦੇ ਵਿੱਚ। ਪਰ ਮੈਨੂੰ ਇਹ ਵੀ ਦੁੱਖ ਹੋ ਰਿਹਾ ਹੈ ਕਿ ਮੈਂ ਕੈਨੇਡਾ ਦੀ ਜਗ੍ਹਾ ਪੰਜਾਬ ਚੁਣਿਆ। ਪੰਜਾਬ ਚੁਣਨ ਤੋਂ ਬਾਅਦ ਮੇਰੇ ਫੈਮਿਲੀ ਦੇ ਵਿੱਚ ਇਹ ਸਾਰਾ ਇਤਿਹਾਸ ਦੁਬਾਰਾ ਵਾਪਰ ਰਿਹਾ ਕਿ ਸਾਡਾ ਇਹੋ ਹੀ ਕਸੂਰ ਸੀ ਕਿ ਮੇਰੇ ਚਾਚਾ ਜੀ ਨੂੰ ਵੀ ਹੁਣ ਜੌਬ ਮਿਲੀ ਹੈ, ਉਹਨਾਂ ਦੀ ਭਰਤੀ 26 ਸਾਲਾਂ ਬਾਅਦ ਬਹਾਲੀ ਹੋਈ ਹੈ ਤੇ ਮੈਨੂੰ 10 ਮਹੀਨੇ ਜੌਬ ਕਰਨ ਤੋਂ ਬਾਅਦ ਰੋਲ ਦਿੱਤਾ ਗਿਆ ਸੜਕਾਂ 'ਤੇ ਕਿ ਇਹੋ ਹੀ ਚਾਹੁੰਦਾ ਭਗਵੰਤ ਮਾਨ ਸਾਹਿਬ ਦਾ ਬਦਲਾਅ। ਅਸੀਂ ਉਹਨਾਂ ਦਾ ਜਵਾਬ ਚਾਹੁੰਦੇ ਹਾਂ। 20 ਥੀਅਰ ਜੀ ਪੜ੍ਹੇ ਲਿਖੇ ਮੰਤਰੀ ਨੇ, ਅਸੀਂ ਹੀ ਚੁਣੇ ਨੇ ਕਿ ਸਾਨੂੰ ਸੜਕਾਂ 'ਤੇ ਰੋਲਣ ਲਈ ਉਹਨਾਂ ਨੇ ਸੁੱਟਿਆ ਸੀ ਸਾਨੂੰ। ਕਿੰਨੇ ਕੈਂਡੀਡੇਟ ਨੇ, ਮੇਰੀ ਫਰੈਂਡ ਹੈ ਕੌਣ ਬਣੇਗਾ ਕਰੋੜਪਤੀ ਤੱਕ ਗਈ, ਉਹਦੇ ਫਾਦਰ ਮਾਲੀ ਨੇ, ਕਿ ਸਾਡਾ ਇਹ ਕਸੂਰ ਹੋ ਗਿਆ, ਅਸੀਂ ਜ਼ਿਆਦਾ ਪੜ੍ਹ ਲਿਖ ਗਏ ਤੇ ਅਸੀਂ ਆਪਣੇ ਹੱਕ ਮੰਗ ਰਹੇ ਸੀ। ਧੰਨਵਾਦ। ਕਦੇ ਇਹ ਨਹੀਂ ਫੀਲ ਹੁੰਦਾ ਵੀ ਇੰਨੀ ਹਾਇਰ ਐਜੂਕੇਸ਼ਨ ਲੈ ਲਈ, ਇਹਦੇ ਨਾਲ ਬੈਸਟ ਸੀਗਾ ਕਿ 10ਵੀਂ +2 ਕਰਕੇ ਜਾਂ ਜਿੱਦਾਂ ਤੁਸੀਂ 8 ਬੈਂਡ ਲੈ ਕਿ PR ਲੈ ਕੇ ਉੱਥੇ ਬੈਠਣ ਦੇ ਵਧੀਆ ਸੀਗੇ? ਹਾਂਜੀ ਸਰ, ਮੈਂ IELTS ਕਰ ਰਹੀ ਸੀ, ਮੇਰੇ ਹਸਬੈਂਡ ਨੇ 8 ਬੈਂਡ ਲੈ ਚੁੱਕੇ ਸੀਗੇ, ਬਟ ਵਿੱਚੇ ਹੀ ਇਸ ਤਰ੍ਹਾਂ ਜੌਬ ਮਿਲਣ ਕਰਕੇ ਅਸੀਂ ਸੋਚਿਆ ਕਿ ਚਲੋ ਅਸੀਂ ਪੰਜਾਬ ਨੂੰ ਚੁਣ ਲੈਂਦੇ ਹਾਂ ਤੇ ਇਹ ਸਾਨੂੰ ਅੱਗੇ ਨਹੀਂ ਜਾਣਾ ਚਾਹੀਦਾ, ਧੱਕੇ ਨਹੀਂ ਖਾਣੇ ਚਾਹੀਦੇ। ਸਾਨੂੰ ਸਰਕਾਰ ਨੇ ਇੱਕ ਮੌਕਾ ਦਿੱਤਾ ਹੈ, ਪਰ ਉਹ ਸਰਕਾਰ ਨੇ ਮੌਕਾ ਦੇ ਕੇ ਨਾ ਸਾਡਾ ਮਜ਼ਾਕ ਉਡਾਇਆ। ਸੋ ਇਹਨਾਂ ਕਾਰਨਾਂ ਕਰਕੇ ਮੈਂ ਨਹੀਂ ਕਿਸੇ ਵੀ ਆਪਣੇ ਬੱਚੇ ਨੂੰ ਕਹਿ ਸਕਦੀ, ਹੱਕ ਨਾਲ ਨਹੀਂ ਕਹਿ ਸਕਦੀ ਜਦੋਂ ਪੁੱਛਦੇ ਨੇ ਕਿ ਅਸੀਂ ਮੈਡਮ ਕੀ ਕਰੀਏ, ਕੀ ਕਵਾਂ ਜਦੋਂ ਮੇਰਾ ਆਪਣਾ ਹੀ ਭਵਿੱਖ ਖਤਰੇ ਦੇ ਵਿੱਚ। ਫਿਰ ਅਪੀਲ ਕੀ ਹੈ ਨੌਜਵਾਨਾਂ ਨੂੰ ਜਿਹੜੇ ਖਾਸ ਕਰਕੇ ਯੂਥ ਆ ਕਿ ਵੀ ਨਾ ਇਹਨਾਂ ਤੇ ਡਿਪੈਂਡ ਰਹੋ? ਬਿਲਕੁਲ, ਸਾਨੂੰ ਸਰਕਾਰਾਂ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ। ਜਿਹੜੀਆਂ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਕਿਸਾਨ ਅੰਦੋਲਨ ਵਿੱਚ ਜਗਾਇਆ ਗਿਆ ਸੀ, ਅਸੀਂ ਵੀ ਉਸੇ ਤਰ੍ਹਾਂ ਜਗਾਵਾਂਗੇ। ਹੁਣ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ। ਪਹਿਲਾਂ ਕਿੱਥੇ ਜੌਬ ਕਰ ਰਹੇ ਸੀ ਤੁਸੀਂ? ਸਰ, ਮੈਂ SD ਕਾਲਜ ਜਲੰਧਰ ਦੇ ਵਿੱਚ ਗ੍ਰਾਂਟ ਇਨੇਟ ਜੋ DPI ਦੇ ਅੰਡਰ ਹੀ ਡਿਪਾਰਟਮੈਂਟ, ਮੈਂ ਉਸ ਡਿਪਾਰਟਮੈਂਟ ਦੇ ਵਿੱਚ ਹੀ ਕੰਮ ਕਰ ਰਹੀ ਸੀ ਔਰ ਡਿਪਾਰਟਮੈਂਟ ਨੇ ਹੀ ਸਾਨੂੰ ਜੌਬ ਛੱਡਣ ਲਈ ਕਿਹਾ ਕਿ ਪਿਛਲੀ ਨੌਕਰੀ ਛੱਡੋ ਤਾਂ ਹੀ ਤੁਹਾਨੂੰ ਅਗਲੀ ਨੌਕਰੀ ਜੁਆਇਨ ਕਰਵਾਇਆ ਜਾਏਗਾ। ਸੋ ਸਾਡਾ ਇਹੀ ਕਸੂਰ। ਮੰਗ ਕੀ ਹੈ ਸਰਕਾਰ ਤੋਂ? ਸਰ, ਸਾਡੀ ਇਹੀ ਮੰਗ ਹੈ ਕਿ ਸਰਕਾਰ ਡਬਲ ਬੈਂਚ ਤੇ ਸਾਡੇ ਵੱਲੋਂ ਅਪੀਲ ਕਰੇ ਔਰ ਸਾਨੂੰ ਇਸ ਭਰਤੀ ਨੂੰ ਬਚਾਇਆ ਜਾ ਸਕੇ। ਅਸੀਂ ਮੈਰੀਟੋਰੀਅਸ ਕੈਂਡੀਡੇਟ ਆ, ਮੈਰਿਟ ਦੇ ਆਧਾਰ ਤੇ ਆਏ ਆ, ਸਾਨੂੰ ਸਾਡੀ ਹੱਕ ਦਿਵਾਏਗਾ। ਜੀ ਜੀ। ਭੈਣ ਜੀ ਕੀ ਨਾਮ ਆ ਤੁਹਾਡਾ, ਕਿੱਥੋਂ ਜੀ ਬਿਲੋਂਗ ਮੇਰਾ ਨਾਮ ਕ੍ਰਿਸ਼ਾ ਮਨਾ ਕਿੱਥੋਂ ਬਿਲੋਂਗ ਕਰਦੇ ਹੋ? ਜੀ, ਮੈਂ ਜਲਾਲਾਬਾਦ ਤੋਂ ਬਿਲੋਂਗ ਕਰਦੀ ਅੱਛਾ, ਤੇ ਇਸ ਤੋਂ ਪਹਿਲਾਂ ਕਿੱਥੇ ਕੰਮ ਕਰ ਰਹੇ ਸੀ? ਹਾਂ। ਜੀ ਇਸ ਤੋਂ ਪਹਿਲਾਂ ਮੈਂ
ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਨਿਊ ਦਿੱਲੀ ਦੀ ਇੱਕ ਇਨਸਪਾਇਰ ਫੈਲੋਸ਼ਿਪ ਹੈ, ਉਹਦੇ ਤਹਿਤ ਮੈਂ ਐਜ਼ ਅ ਸੀਨੀਅਰ ਰਿਸਰਚ ਫੈਲੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੰਮ ਕਰ ਰਹੀ ਸੀ। ਅੱਛਾ ਜੀ, ਹੁਣ ਕੀ ਮਤਲਬ ਹੁਣ ਸਥਿਤੀ ਇਹ ਤੁਹਾਨੂੰ ਪਤਾ ਹੀ ਹੋਏਗਾ ਕਿ ਸਾਡੀ ਇਹ ਭਰਤੀ ਕਿਵੇਂ ਨਿਕਲੀ, ਹੁਣ ਕਿਹੜੇ ਪੜਾਅ ਤੇ ਪਹੁੰਚ ਚੁੱਕੀ ਹੈ। ਉਹਦੇ ਕਾਰਨ ਹੁਣ ਕੀ ਹੈ, ਅਸੀਂ ਪਿਛਲੀਆਂ ਫੈਲੋਸ਼ਿਪਸ ਤੋਂ ਵੀ ਰਿਜ਼ਾਈਨ ਕਰ ਚੁੱਕੇ ਹਾਂ ਜੀ, ਤੇ ਹੁਣ ਇਹ ਸਾਡੀ ਜਿਹੜੀ ਭਰਤੀ ਹੈ ਇਹ ਵੀ ਪੂਰੀ ਮਾਨਯੋਗ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ। ਹੁਣ ਉਸ ਦੇ ਤਹਿਤ ਸਰਕਾਰ ਨੇ ਸਾਨੂੰ ਬਹੁਤ ਲਾਰੇ ਲਾਏ ਹੋਏ ਸੀ ਪਹਿਲਾਂ ਕਿ ਜੋ ਹਾਈ ਕੋਰਟ ਦੀ ਰਿਟਨ ਜਜਮੈਂਟ ਆਏਗੀ ਅਸੀਂ ਉਸ ਦੇ ਅਕੋਰਡਿੰਗ ਕੰਮ ਕਰਾਂਗੇ। ਬੀਤੀ ਦਿਨੀ ਹਾਈ ਕੋਰਟ ਦੇ ਜੱਜ ਸਾਹਿਬ ਨੇ ਇਹ ਸਾਨੂੰ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਆਪਣਾ ਇਸ ਮਾਮਲੇ ਦੇ ਵਿੱਚ ਪੱਖ ਨਹੀਂ ਰੱਖਦੀ ਅਸੀਂ ਇਸ ਤੇ ਕੋਈ ਵੀ ਡਿਫੈਂਸ ਨਹੀਂ ਕਰ ਸਕਦੇ। ਤਾਂ ਇਸ ਕਰਕੇ ਉਹਨੇ ਬੰਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ, ਕਿਉਂਕਿ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਸਰਕਾਰ ਵੱਲੋਂ ਕੀਤੀ ਗਈ ਸੀ, ਭਰਤੀ ਕੱਢੀ ਵੀ ਸਰਕਾਰ ਨੇ ਸੀ। ਅਸੀਂ ਸਿਰਫ ਪੇਪਰ ਦੇ ਕੇ ਮੈਰਿਟ ਦੇ ਵਿੱਚ ਆ ਕੇ ਅਸੀਂ ਆਪਣੀਆਂ ਪੋਜੀਸ਼ਨਸ ਗ੍ਰੈਬ ਕੀਤੀਆਂ ਨੇ, ਨਾ ਕਿ ਅਸੀਂ ਕੋਈ ਧੱਕੇ ਨਾਲ ਆਏ ਆ। ਤੇ ਹੁਣ ਸਰਕਾਰ ਨੇ ਆਪਦਾ ਪੱਲਾ ਬਾਅਦ ਚੋਂ ਇਹ ਕਹਿ ਕੇ ਛੱਡਤਾ ਕਿ ਸਾਰਾ ਕੁਝ ਮਾਨਯੋਗ ਹਾਈ ਕੋਰਟ ਦੇ ਹੱਥ ਵਿੱਚ ਹੈ। ਬਟ ਹੁਣ ਜਦੋਂ ਇਹ ਸਟੇਟਮੈਂਟ ਆ ਚੁੱਕੀ ਹੈ ਕਿ ਸਰਕਾਰ ਨੇ ਹੀ ਆਪਣਾ ਡਿਫੈਂਸ ਉੱਥੇ ਰੱਖਣਾ ਹੈ, ਸਾਡੀ ਭਰਤੀ ਦੀ ਪੂਰੀ ਜਿਹੜੀ ਸਹੀ ਬੰਦੀ ਕਾਰਵਾਈ ਹੈ ਉਹ ਕਰਨੀ ਹੈ, ਤਾਂ ਸਰਕਾਰ ਹੁਣ ਚੁੱਪ ਕਿਉਂ ਹੈ? ਮੀਤ ਹੇਅਰ ਸਾਹਿਬ ਕਿਉਂ ਚੁੱਪ ਨੇ? ਕਿ ਉਹਨਾਂ ਨੂੰ ਹਾਇਰ ਐਜੂਕੇਸ਼ਨ ਉਚੇਰੀ ਸਿੱਖਿਆ ਦੀ ਸਥਿਤੀ ਨਹੀਂ ਦਿਖ ਰਹੀ? ਚੌਥੇ ਦਿਨ ਮੀਤ ਹੇਅਰ ਜੀ ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਾਈਵੇਟ ਕਾਲਜਾਂ 'ਚ ਜਾ ਕੇ ਬੈਠਦੇ ਨੇ, ਕਿ ਉਹਨਾਂ ਨੇ ਕਦੇ ਸਰਕਾਰੀ ਕਾਲਜਾਂ ਦੇ ਵਿੱਚ ਜਾ ਕੇ ਦੌਰਾ ਕੀਤਾ ਕਿ ਉੱਥੇ ਕੀ ਸਿਚੁਏਸ਼ਨ ਚੱਲ ਰਹੀ ਹੈ? ਇਹ ਹਰ ਦਿਨ ਨਵਾਂ ਕੰਮ ਕਰ ਰਹੇ ਨੇ। ਹੁਣ ਇਹਨਾਂ ਨੇ ਰਿਟਾਇਰ ਪ੍ਰੋਫੈਸਰ ਰੱਖਣੇ ਸ਼ੁਰੂ ਕਰ ਦਿੱਤੇ ਨੇ। ਪੰਜਾਬ ਦਾ ਜਿਹੜਾ ਨੌਜਵਾਨ ਵਰਗ ਹੈ ਉਹ ਕਿੱਥੇ ਜਾਵੇ? ਨੌਜਵਾਨ ਵਰਗ ਨੇ ਇੰਨੀਆਂ ਪੜ੍ਹਾਈਆਂ ਕੀਤੀਆਂ ਨੇ, ਉਹ ਕਾਹਦੇ ਵਾਸਤੇ ਕੀਤੀਆਂ ਨੇ? ਰਿਟਾਇਰ ਪ੍ਰੋਫੈਸਰਾਂ ਨੂੰ ਪਹਿਲਾਂ ਤੋਂ ਪੈਨਸ਼ਨਾਂ ਦੇ ਰਹੇ ਹੋ ਤੇ ਹੁਣ ਉਹਨਾਂ ਨੂੰ ਇੱਕ ਨਵੀਂ ਤੁਸੀਂ ਸਕੀਮ ਦੇਤੀ ਕਿ ਕੋਈ ਗੱਲ ਨਹੀਂ, ਤੁਸੀਂ ਰਿਟਾਇਰ ਨਹੀਂ ਹੋਣਾ, ਰਿਟਾਇਰਮੈਂਟ ਤੋਂ ਬਾਅਦ ਫੇਰ ਆ ਜਾਓ। ਇਹਨਾਂ ਦਾ ਤਾਂ ਪਹਿਲਾਂ ਵਿਰੋਧ ਵੀ ਕਰਦੇ ਸੀ ਨਾ ਇਹੋ ਸਰਕਾਰ, ਜਦੋਂ ਸਰਕਾਰ ਤੋਂ ਆਉਣ ਤੋਂ ਪਹਿਲਾਂ। ਬਿਲਕੁਲ ਸਰਕਾਰ 'ਚ ਜਦੋਂ ਸੱਤਾ 'ਚ ਆਉਣ ਤੋਂ ਪਹਿਲਾਂ ਇਹਨਾਂ ਨੇ ਸਾਡੇ ਨਾਲ ਬਿਲਕੁਲ ਇਹ ਸਪਸ਼ਟ, ਸਾਡੇ ਕੋਲੇ ਵੀਡੀਓ ਹੈ, ਵਾਅਦਾ ਕੀਤਾ ਕਿ ਮੈਂ ਟੀਚਰ ਦਾ ਬੇਟਾ ਜੀ, ਮੈਨੂੰ ਪਤਾ ਕਿ ਸਿੱਖਿਆ ਦਾ ਕੀ ਮੰਤਵ ਹੈ, ਕੀ ਇੰਪੋਰਟੈਂਸ ਹੈ ਸਿੱਖਿਆ ਦੀ, ਤਾਂ ਅਸੀਂ ਉਹਦੇ ਤੇ ਪੂਰਾ ਕੰਮ ਕਰਾਂਗੇ। ਅਸੀਂ 1158 ਦੀ ਭਰਤੀ ਪਹਿਲੇ ਜਿਹੜੀ ਸਾਡੀ ਪ੍ਰਾਇੋਰਟੀ ਹੈ ਉਹਦੇ ਤੇ ਪੂਰ ਕਰਾਂਗੇ। ਪਰ ਹੁਣ ਤੁਹਾਡੇ ਸਾਹਮਣੇ ਹੀ ਹੈ, ਅਸੀਂ ਕਿੰਨੇ ਪ੍ਰੋਟੈਸਟ ਕਰ ਚੁੱਕੇ ਹਾਂ, ਕਿੰਨੀ ਵਾਰੀ ਅਸੀਂ ਇਹਨਾਂ ਤੋਂ ਇੱਕ ਮੀਟਿੰਗ ਲੈਣ ਦੀ ਇੱਕ ਰਿਕੁਐਸਟ ਹੀ ਕਰ ਰਹੇ ਹਾਂ ਕਿ ਸਾਨੂੰ ਇੱਕ ਮੀਟਿੰਗ ਕਰ ਲਓ, ਸਾਡੀ ਗੱਲ ਸੁਣ ਲਓ। ਅਸੀਂ ਪੰਜਾਬ ਦੇ ਸਰਕਾਰੀ ਕਾਲਜ ਬਚਾਉਣੇ ਆ, ਬੱਚਿਆਂ ਦੀ ਅੱਗੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਅਸੀਂ ਪੂਰੀ ਉਹਨਾਂ ਨੂੰ ਪ੍ਰੋਟੈਕਟ ਕਰਨਾ। ਪਰ ਨਾ ਜੀ, ਇਹਨਾਂ ਦਾ ਤਾਂ ਇੱਥੋਂ ਹੀ ਲੱਗ ਰਿਹਾ ਕਿ ਇਹਨਾਂ ਦਾ ਕੋਈ ਰਿਸਪੌਂਸਿਬਲ ਬਿਹੇਵੀਅਰ ਨਹੀਂ ਸ਼ੋ ਕਰ ਰਹੇ ਜੀ, ਜੀ। ਇਹ ਆਪਣੀ ਉਚੇਰੀ ਸਿੱਖਿਆ ਵਾਲੀ। ਜੀ ਜੀ ਜੀ। ਭੈਣ ਜੀ ਕੀ ਨਾਮ ਹੈ ਤੁਹਾਡਾ, ਕਿੱਥੋਂ ਬਿਲੋਂਗ ਮੇਰਾ ਕਰਦੇ? ਨਾਮ ਪ੍ਰਿਆ ਪਾਵਾ ਹੈ, ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ। ਪਹਿਲਾਂ ਕਿੱਥੇ ਜੌਬ ਕਰ ਰਹੇ ਸੀ ਸਰ ਤੁਸੀਂ? ਮੈਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ 'ਚ ਪਹਿਲਾਂ ਗਵਰਨਮੈਂਟ ਜੌਬ ਤੇ ਹੀ ਸੀ, ਰੈਗੂਲਰ ਪੋਸਟ ਤੇ 6 ਸਾਲ ਦੀ ਮੇਰੀ ਸਰਵਿਸ ਸੀਗੀ, ਔਰ 1158 ਦੀ ਭਰਤੀ ਵਿੱਚ ਸਿਲੈਕਟ ਹੋਏ ਤੇ ਮੈਨੂੰ ਖੜੇ ਪੈ ਰਹੇ ਕਿਹਾ ਗਿਆ ਕਿ ਤੁਸੀਂ ਹੁਣੇ ਰਿਜ਼ਾਈਨ ਕਰੋ ਜੇ ਤੁਸੀਂ ਆਪਣੀ ਇਸ ਪੋਸਟ ਨੂੰ ਜੁਆਇਨ ਕਰਨਾ ਹੈ। ਅਗਰ ਤੁਸੀਂ ਰਿਜ਼ਾਈਨ ਨਹੀਂ ਕਰਦੇ ਤਾਂ ਤੁਹਾਨੂੰ ਇਸ ਪੋਸਟ ਤੋਂ ਆਪਣਾ ਜਿਹੜਾ ਆ ਉਹ ਬਾਹਰ ਹੋਣਾ ਪਏਗਾ। ਹੁਣ ਕੰਡੀਸ਼ਨ ਇਸ ਤਰ੍ਹਾਂ ਦੀ ਬਣ ਗਈ ਕਿ ਫਾਈਨੈਂਸ਼ੀਅਲੀ ਵੀ ਜਿਹੜਾ ਉਹ ਵੀ ਡੈਮੇਜ ਹੋ ਗਿਆ ਔਰ ਨਾਲ ਦੀ ਨਾਲ ਕੈਰੀਅਰ ਵੀ ਤੁਹਾਡਾ ਦਾਅ ਤੇ ਲੱਗ ਗਿਆ। ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਦਾਅ ਤੇ ਲੱਗ ਗਈਆਂ ਨੇ, ਔਰ ਪਲੱਸ ਫੈਮਿਲੀਜ਼ ਜਿਹੜੀਆਂ ਨੇ ਸਫਰ ਕਰ ਰਹੀਆਂ ਨੇ। ਚੰਡੀਗੜ੍ਹ ਦੇ ਵਿੱਚ ਹੀ ਮੈਰਿਡ ਸੀਗੀ, ਉੱਥੇ ਹੀ ਰਹਿ ਰਹੀ ਸੀਗੀ। ਚਲੋ ਮੈਂ ਸੋਚਿਆ ਕਿ ਮੈਨੂੰ 1158 ਦੇ ਵਿੱਚ ਪੋਸਟ ਮਿਲੀ ਹੈ, ਮੈਂ ਕਾਲਜਿਸ 'ਚ ਜਾਵਾਂਗੀ, ਬੱਚਿਆਂ ਨੂੰ ਕੋਈ ਵਧੀਆ ਸਿੱਖਿਆ ਜਿਹੜੀ ਆ ਉਹ ਦੇਣ 'ਚ ਆਪਣੀ ਪੜ੍ਹਾਈ ਦੇ ਅਕੋਰਡਿੰਗ ਜਿੰਨਾ ਮੇਰੇ ਤੋਂ ਸਰਦਾ ਹੋਊਗਾ ਉਹ ਪ੍ਰੋਵਾਈਡ ਕਰਾਂਗੀ। ਲੇਕਿਨ ਹੁਣ ਹਾਲਤ ਇਹ ਹੈ ਕਿ ਅਸੀਂ ਆਪ ਸੜਕਾਂ ਤੇ ਰੁਲਦੇ ਪਏ ਹਾਂ, ਅਸੀਂ ਕਾਲਜ ਦੀ ਸਿੱਖਿਆ ਦਾ ਕੀ ਦੱਸੀਏ। ਸਰ ਸਰਕਾਰਾਂ ਨੇ ਜਿਹੜੀਆਂ ਬੈਠੀਆਂ ਦਾਅਵੇ ਕਰਦੀਆਂ ਰਹਿੰਦੀਆਂ, ਅਸੀਂ ਅੱਜ ਆਹ ਕਰਤਾ, ਅਸੀਂ ਅੱਜ ਉਹ ਕਰਤਾ। ਜੇ ਮੈਂ ਹੋਰ ਕਿਸੇ ਥਾਂ ਦੀ ਗੱਲ ਨਾ ਕਰਾਂ, ਆਪਦੇ ਕਾਲਜ ਦੀ ਗੱਲ ਕਰਾਂ, 5 ਸਾਲ ਹੋ ਗਏ ਮੇਰੇ ਕਾਲਜ ਨੂੰ ਖੁੱਲੇ। ਨਵੇਂ ਜਿਹੜੇ 16 ਸਰਕਾਰੀ ਕਾਲਜਾਂ ਦੀ ਗੱਲ ਕੀਤੀ ਜਾਂਦੀ ਜੀ, ਜੀ, ਜੀ। ਹੈ, ਉਹਨਾਂ 'ਚੋਂ ਇੱਕ ਕਾਲਜ 'ਚ ਮੈਨੂੰ ਪੋਸਟਿੰਗ ਮਿਲੀ ਹੈ। ਅੱਛਾ ਜੀ, ਜਿਹੜੇ 16 ਨਵੇਂ ਸਰਕਾਰੀ ਕਾਲਜ ਕਹਿੰਦੇ ਆ ਜੀ ਅਸੀਂ ਖੋਲੇ ਆ, ਮੁੜ ਕੇ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਪੁੱਛੀ ਜੀ। ਫਿਜ਼ੀਕਲ ਐਜੂਕੇਸ਼ਨ ਸਬਜੈਕਟ ਮਤਲਬ ਇੱਕ ਫਿਗਰਸ ਦਾ ਕਾਊਂਟ ਹੋ ਗਿਆ ਕਿ 16 ਕਾਲਜ ਕਾਊਂਟ ਹੋ ਗਏ। ਸਰ ਮੈਂ ਦੱਸ ਰਹੀ ਹਾਂ, ਸੁਣੋ ਤੁਸੀਂ। ਜੀ, ਜੀ। 5ਵਾਂ ਸਾਲ ਸ਼ੁਰੂ ਹੋ ਗਿਆ, 5ਵਾਂ ਸਾਲ ਸ਼ੁਰੂ ਹੋ ਗਿਆ। ਖੇਡਾਂ ਵਤਨ ਦੀਆਂ ਦੇ ਨਾਮ ਤੇ ਤੁਸੀਂ ਸਾਰੇ ਕਿਤੇ ਵੋਟਾਂ ਬਟੋਰਨ ਦੀ ਅੱਗੇ ਆਪਦੀ ਤੁਸੀਂ ਨੁਮਾਇਸ਼ ਕਰ ਰਹੇ ਹੋ, ਅਸੀਂ ਆਹ ਕਰ ਰਹੇ ਹਾਂ, ਅਸੀਂ ਇੱਥੇ ਪਹੁੰਚ ਗਏ, ਉੱਥੇ ਪਹੁੰਚ ਗਏ। ਸਰ ਮੇਰੇ ਕਾਲਜ ਦੇ ਵਿੱਚ ਨਾ ਤਾਂ ਕੋਈ ਗਰਾਊਂਡ ਹੈ, ਸਟਾਕ ਰਜਿਸਟਰ ਦੇ ਨਾਮ ਤੇ ਮੈਂ ਉੱਥੇ ਐਂਟਰੀ ਕੀ ਕਰਾਂ? ਇੱਕ ਬਾਲ ਤੱਕ ਦੀ ਪਰਚੇਜ਼ ਜਿਹੜੀ ਆ ਉਹ ਕਰਨ ਲਈ ਮੇਰੇ ਕਾਲਜ 'ਚ ਫੰਡ ਨਹੀਂ ਹੈਗਾ। ਮੇਰੇ ਜਾਏ ਤੋਂ ਬਾਅਦ ਉੱਥੇ ਮੈਂ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਦੀ ਅਪਰੂਵਲ ਲਈ ਹੈ, ਜੋ ਹਜੇ ਵੀ ਇਸ ਕੰਡੀਸ਼ਨ ਤੇ ਰੁਲਦੀ ਪਈ ਹੈ ਕਿ ਕੋਈ ਗ੍ਰਾਂਟ ਆਊਗੀ, ਕੋਈ ਆ ਕੇ ਇਹਨਾਂ ਦੀ ਸੁਣਵਾਈ ਕਰੂਗਾ।
ਤੇ ਜਿਸ ਤਰ੍ਹਾਂ ਸਰਕਾਰ ਸਾਡੀ ਪੈਰਵੀ ਕਰ ਰਹੀ ਹੈ ਉਹ ਤਾਂ ਅਸੀਂ ਸਾਰੇ ਵੇਖ ਹੀ ਰਹੇ ਹਾਂ ਕਿ ਸਾਨੂੰ ਬਾਹਰ ਕੱਢਣ ਦਾ ਮਨ ਤਾਂ ਉਹ ਚੰਗੀ ਤਰ੍ਹਾਂ ਬਣਾਏ ਬੈਠੇ, ਜਿਸ ਤਰ੍ਹਾਂ ਦੀ ਚੁੱਪੀ ਉਹ ਧਾਰੇ ਬੈਠੇ ਆ। ਉਹਦੇ ਨਾਲ ਜੇ ਮੈਂ ਜੌਬ ਤੋਂ ਬਾਹਰ ਹੁੰਦੀ ਆ, ਨਵੇਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਮੇਰਾ ਕਾਲਜ ਸਰਕਾਰੀ ਇੱਕੋ ਹੀ ਕਾਲਜ ਹੈ, ਉੱਥੇ ਫਿਜ਼ੀਕਲ ਐਜੂਕੇਸ਼ਨ ਮੇਰੇ ਜਾਏ ਤੋਂ ਬਾਅਦ ਸ਼ੁਰੂ ਹੋ ਰਹੀ ਹੈ, ਔਰ ਜੇ ਮੈਂ ਜੌਬ ਤੋਂ ਬਾਹਰ ਹੋ ਗਈ ਕੰਡੀਸ਼ਨ ਦੀ ਵਜ੍ਹਾ ਨਾਲ ਉਹ ਪੋਸਟ ਜਿਹੜੀ ਉੱਥੋਂ ਜਾਂਦੀ ਲੱਗੂਗੀ ਤੇ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਵੀ ਜਾਂਦਾ ਲੱਗੂਗਾ। ਸਰਕਾਰਾਂ ਦੇ ਮਨ 'ਚ ਕੀ ਚੱਲ ਰਿਹਾ ਇਹ ਸਮਝ ਨਹੀਂ ਆ ਰਿਹਾ ਸਾਨੂੰ। ਐਡਮਿਸ਼ਨਾਂ ਹੋ ਚੁੱਕੀਆਂ ਨੇ, ਸਾਡੇ ਬੇਸਿਸ ਤੇ ਉਹਨਾਂ ਨੇ ਐਡਮਿਸ਼ਨਾਂ ਕਰ ਲਈਆਂ ਨੇ ਇਹਨਾਂ ਨਵੇਂ ਕਾਲਜਿਸ ਦੇ ਵਿੱਚ। ਮੇਰੇ ਸਬਜੈਕਟ ਦੇ ਆਉਣ ਤੋਂ ਬਾਅਦ ਸਰ 100 ਬੱਚੇ ਦੀ ਐਡਮਿਸ਼ਨ ਪਿਛਲੇ ਸਾਲ ਨਾਲੋਂ ਵਧੀ ਹੈ, ਤੇ ਜੇ ਹੁਣ ਅਸੀਂ ਬਾਹਰ ਹੋ ਜਾਂਦੇ ਆ ਤੇ ਉਹਨਾਂ ਬੱਚਿਆਂ ਦੇ ਭਵਿੱਖ ਦਾ ਸਰਕਾਰ ਚਲੋ ਸਾਡਾ ਨਹੀਂ ਸੋਚਣਾ ਚਾਹੁੰਦੀ, ਜਿਨ੍ਹਾਂ ਤੋਂ ਵੋਟਾਂ ਲਿੱਤੀਆਂ ਉਹਨਾਂ ਬਾਰੇ ਹੀ ਸੋਚ ਲੈਣ। ਅਯੋਗ ਕੈਂਡੀਡੇਟਸ ਨੂੰ ਸਰ 8 ਅਗਸਤ ਨੂੰ ਸਾਡੀ ਭਰਤੀ ਜਿਹੜੀ ਹਾਈ ਕੋਰਟ ਵੱਲੋਂ ਰੱਦ ਹੋਣ ਦੀ ਨੋਟੀਫਿਕੇਸ਼ਨ ਆਈ ਹੈ, ਉਸ ਤੋਂ ਬਾਅਦ 3 ਵਾਰ ਗੈਸਟ ਫੈਕਲਟੀਜ਼ ਦੇ ਨਾਲ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਮੀਟਿੰਗ ਉਹਨਾਂ ਨੂੰ ਦੇ ਦਿੱਤੀ ਗਈ ਹੈ। ਸਾਡਾ ਪ੍ਰੋਟੈਸਟ ਨਹੀਂ ਦਿਖਿਆ, ਇਹ ਚੌਥਾ ਪ੍ਰੋਟੈਸਟ ਜਿਹੜਾ ਅਸੀਂ ਉਹ ਕਰ ਰਹੇ ਹਾਂ ਲਗਾਤਾਰ। ਸਾਨੂੰ ਇਹ ਕਹਿ ਕੇ ਵੋਟਾਂ ਵਟੋਰੀਆਂ ਸੀ ਇਹਨਾਂ ਨੇ ਕਿ ਆਮ ਆਦਮੀ ਜਦੋਂ ਇਲੈਕਸ਼ਨ ਆਉਂਦੇ ਆ ਨਾ ਉਦੋਂ ਆਮ ਜਨਤਾ ਦੇ ਵਿੱਚ ਜਾ ਕੇ ਉਹਨਾਂ ਨਾਲ ਬੈਠ ਕੇ ਦੇਖੋ ਜੀ ਅਸੀਂ ਆਮ ਬੰਦੇ ਆ, ਅਸੀਂ ਇਹਨਾਂ ਨਾਲ ਬੈਠ ਕੇ ਖਾਣਾ ਖਾ ਰਹੇ ਆ, ਅਸੀਂ ਇਹਨਾਂ ਦੇ ਦੁੱਖ ਸੁਣਦੇ ਆ। ਅੱਜ ਸਾਡੇ ਦੁੱਖ ਨਹੀਂ ਸੁਣ ਰਹੇ। ਮੈਂ ਕੋਈ ਵਲੈਤਨ ਤਾਂ ਨਹੀਂ ਹੈਗੀ, ਮੈਂ ਵੀ ਇਸੇ ਪੰਜਾਬ ਦੀ ਧੀ ਆ, ਮੇਰੇ ਲਈ ਵੀ ਉਹਨਾਂ ਦੀਆਂ ਉਨੀਆਂ ਹੀ ਡਿਊਟੀਆਂ ਬਣਦੀਆਂ ਨੇ ਕਿ ਉਹ ਆਣ, ਜੇ ਮੈਨੂੰ ਕੋਈ ਪ੍ਰੋਬਲਮ ਹੈ ਉਹਨੂੰ ਸੁਣਨ। ਅਸੀਂ ਉਹਨਾਂ ਨੂੰ ਚੁਣ ਕੇ ਇਸ ਲਈ ਬਿਠਾਇਆ ਸੀਗਾ, ਸਾਨੂੰ ਲੱਗਿਆ ਸੀ ਕਿ ਪੜ੍ਹੇ ਲਿਖੇ ਆ, ਸਾਡੇ ਚੋਂ ਇੱਕ ਹੈ, ਸਾਡੇ ਦੁੱਖ ਨੂੰ ਸਮਝਣਗੇ। ਇਹ ਤਾਂ ਨਹੀਂ ਸੀ ਸੋਚਿਆ, ਇਸ ਲਈ ਤਾਂ ਨਹੀਂ ਸੀ ਅਸੀਂ ਭੇਜਿਆ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਅਯੋਗ ਪ੍ਰੋਫੈਸਰਾਂ ਨੂੰ ਉਹਨਾਂ ਨੂੰ ਪ੍ਰਮੋਸ਼ਨਸ ਮਿਲਣ ਤੇ ਜਿਹੜੇ ਯੋਗ ਕੈਂਡੀਡੇਟਸ ਹੈ ਉਹਨਾਂ ਨੂੰ ਸੜਕਾਂ ਦੇ ਉੱਤੇ ਡੰਡੇ ਲਾਠੀਆਂ ਬਰਸਾਏ ਜਾਣ। ਜੀ 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 ਭਾਈ ਜੀ, ਕੀ ਨਾਮ ਆ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ ਹੋ? ਨਾਮ ਡਾਕਟਰ ਰਾਏਵਾਲ ਸੀੜਾ ਤੇ ਮੈਂ ਨਵਾਂ ਸ਼ਹਿਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਜੀ, ਔਰ ਇਸ ਤੋਂ ਪਹਿਲਾਂ ਕਿੱਥੇ ਕੰਮ ਕਰ ਰਹੇ ਸੀ? ਜੀ। ਮੈਂ ਥੋੜਾ ਜਿਹਾ ਬੈਕਗ੍ਰਾਉਂਡ ਤੋਂ ਦੱਸਣਾ ਚਾਹੁੰਦਾ ਜੀ, ਜੀ। ਮੈਂ ਪਹਿਲਾਂ ਪੰਜਾਬ ਦੇ ਪਹਿਲੇ ਆਟੋਨਮਸ ਕਾਲਜ ਮਾਤਾ ਜੀ ਕਾਲਜ ਵਿੱਚ ਪੋਸਟ ਗ੍ਰੈਜੂਏਸ਼ਨ ਤੱਕ ਦੀਆਂ ਕਲਾਸਾਂ ਪੜ੍ਹਾ ਰਿਹਾ ਸੀ। ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਐਜ਼ ਗੈਸਟ ਫੈਕਲਟੀ ਮੈਂ 2019 ਤੋਂ ਇਸ ਸਿਲੈਕਸ਼ਨ ਦੇ ਵਿੱਚ ਆਉਣ ਤੋਂ ਪਹਿਲਾਂ ਤੱਕ ਪੜ੍ਹਾਉਂਦਾ ਰਿਹਾ ਜੀ। ਤੇ ਇਸ ਦੋਨੋਂ ਇੰਸਟੀਚਿਊਟ ਜਿਹੜੇ ਪ੍ਰੈਸਟੀਜੀਅਸ ਇੰਸਟੀਚਿਊਟ ਨੇ ਉਹਨਾਂ ਵਿੱਚ ਪੜ੍ਹਾਉਣ ਦੇ ਦੌਰਾਨ ਮੈਂ ਜਿਹੜੇ ਸਟੂਡੈਂਟਸ ਨੂੰ ਪੜ੍ਹਾਇਆ ਸੀਗਾ ਉਹਨਾਂ ਵਿੱਚੋਂ 2 ਸਟੂਡੈਂਟਸ ਮੇਰੇ ਹੀ ਇਸ ਭਰਤੀ ਦੇ ਵਿੱਚ ਸਿਲੈਕਟ ਹੋਏ ਨੇ, ਤੁਹਾਡੇ ਨਾਲ? ਮੇਰੇ ਨਾਲ ਸਿਲੈਕਟ ਹੋਏ ਨੇ। ਤੇ ਉਹ ਜਿਹੜੇ ਦੋਨੋਂ ਸਟੂਡੈਂਟ ਨੇ ਉਹ ਚੰਗੀ ਸਿੱਖਿਆ ਦੇ ਨਾਲ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਜੇਰ ਜਿਹੜੀ ਸੀ ਜੂਨੀਅਰ ਰਿਸਰਚ ਫੈਲੋਸ਼ਿਪ ਆ ਉਹ ਲੈ ਰਹੇ ਸੀ। ਮੈਂ ਵੀ ਆਪਣੀ ਜੌਬ ਛੱਡ ਕੇ ਇਸ ਜੌਬ ਨੂੰ ਜੁਆਇਨ ਕੀਤਾ ਸੀ ਤੇ ਉਹਨਾਂ ਦੋਨਾਂ ਨੇ ਆਪਣੀ ਜਿਹੜੀ ਜੂਨੀਅਰ ਰਿਸਰਚ ਫੈਲੋਸ਼ਿਪ ਹੈ ਉਹਨੂੰ ਛੱਡ ਕੇ ਇਸ ਜੌਬ ਨੂੰ ਜੁਆਇਨ ਕੀਤਾ। ਤਾਂ ਹੁਣ ਮੇਰੇ ਸਾਹਮਣੇ ਸਭ ਤੋਂ ਵੱਡਾ ਕ੍ਰਾਈਸਿਸ ਇਹ ਖੜਾ ਹੈ ਕਿ ਮੈਂ ਜਿਹੜੀ ਉਹਨਾਂ ਨੂੰ ਸਿੱਖਿਆ ਦੇ ਰਿਹਾ ਸੀ ਕਿ ਤੁਸੀਂ ਪੜ੍ਹੋ, ਅੱਗੇ ਵਧੋ ਤੇ ਪੰਜਾਬ ਦੇ ਭਵਿੱਖ ਨੂੰ ਸਵਾਰੋ, ਤੇ ਉਹ ਮੇਰਾ ਜਿਹੜਾ ਇੱਕ ਡਾਇਲੌਗ ਸੀਗਾ ਜੀ ਉਹ ਆਪਣੇ ਆਪ ਵਿੱਚ ਫੇਲ ਹੋ ਚੁੱਕਾ ਹੈ। ਕਿਹੜਾ ਡਾਇਲੌਗ? ਮੈਨੂੰ ਤਾਂ ਜਿਹੜਾ ਉਹ ਸੜਕ ਤੇ ਲਿਆਈ ਦਿੱਤਾ, ਮੇਰੇ ਜਿਹੜੇ ਦੋਨੋਂ ਸਟੂਡੈਂਟ ਸੀਗੇ ਉਹਨਾਂ ਨੂੰ ਵੀ ਸੜਕ ਤੇ ਲੈ ਆਏ ਨੇ। ਤੇ ਮੈਂ ਹੁਣ ਮੇਰੇ ਸਾਹਮਣੇ ਕ੍ਰਾਈਸਿਸ ਇਹ ਹੈ ਕਿ ਮੈਂ ਜਿਹੜੇ ਅੱਗੇ ਪੜਾਉਣ ਵਾਲੇ ਨੂੰ ਕੀ ਦੱਸਾਂਗਾ ਕਿ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਉਹਦਾ ਫਾਇਦਾ ਹੋਏਗਾ, ਤੁਸੀਂ ਚੰਗਾ ਭਵਿੱਖ ਬਣੇਗਾ ਤੁਹਾਡਾ। ਤਾਂ ਇਹ ਮੇਰਾ ਸਵਾਲ ਜਿਹੜਾ ਆ ਉਹ ਮਾਨਯੋਗ ਸਿੱਖਿਆ ਮੰਤਰੀ ਜਿਹੜੇ ਆ ਉਹ ਜਿਹੜੇ ਸਿੱਖਿਆ ਮੰਤਰੀ ਮੀਤ ਹੇਰ ਸਾਹਿਬ ਉਹਨਾਂ ਨੂੰ ਵੀ ਆ, ਭਗਵੰਤ ਮਾਨ ਨੂੰ ਜੀ ਵੀ ਆ, ਉਹਨਾਂ ਨੂੰ ਵੀ ਆ ਕਿ ਉਹ ਇਸ ਗੱਲ ਦਾ ਜਵਾਬ ਜਿਹੜਾ ਆ ਉਹ ਇੱਥੇ ਬੈਠ ਕੇ ਵਿਚਾਰ ਕਰਨ। ਜਦੋਂ ਵੀ ਉਹਨਾਂ ਦਾ ਕਿਤੇ ਆਪਣਾ ਅੰਦਰ ਤੋਂ ਉਹਨਾਂ ਦਾ ਜਿਹੜੀ ਅੰਤਰਾਤਮਾ ਦੀ ਆਵਾਜ਼ ਆ ਉਹਨਾਂ ਨੂੰ ਸੁਣਾਈ ਦੇਵੇ ਤਾਂ ਸਵਾਲ ਜ਼ਰੂਰ ਇਹਦਾ ਜਵਾਬ ਲੱਭਣ ਕਿ ਜਿਹੜਾ ਇਹ ਭਵਿੱਖ ਖਰਾਬ ਕੀਤਾ ਗਿਆ। ਸਰ ਮੇਰੀ ਡਿਊਟੀ ਇਸ ਵੇਲੇ ਜਿਹੜੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਸੀਗੀ ਪੋਸਟਿੰਗ, ਉੱਥੇ BA ਫਸਟ ਈਅਰ ਦੀ ਜਿਹੜੀ ਐਡਮਿਸ਼ਨ ਸੀ ਉਹਦੇ ਵਿੱਚ ਮੇਰੀ ਡਿਊਟੀ ਲੱਗੀ ਹੋਈ ਸੀ। ਉਹਦੇ ਵਿੱਚ ਮੈਂ ਦੇਖਦਾ ਕਿ ਜਿਹੜੇ ਵੀ 80-85% ਦੀ ਪਰਸੈਂਟੇਜ ਵਾਲੇ ਬੱਚੇ ਆ ਰਹੇ ਨੇ ਉਹਨਾਂ ਸਾਰਿਆਂ ਨੇ ਐਡਮਿਸ਼ਨ ਤਾਂ ਲੈਣ ਆਏ ਨੇ ਜੀ ਉਹ BA ਫਸਟ ਈਅਰ ਦੇ ਵਿੱਚ, ਪਰ ਉਹਨਾਂ ਸਾਰਿਆਂ ਨੇ ਆਇਲਸ ਵਾਲੇ ਬੈਗ ਟੰਗੇ ਹੋਏ ਨੇ। ਤਾਂ ਕਿਤਾਬਾਂ ਉਹਨਾਂ ਕੋਲ ਆਇਲਸ ਦੀਆਂ ਨੇ, ਉਹ ਸਿਰਫ ਇੱਕ ਗੈਪ ਨੂੰ ਕਵਰ ਕਰਨ ਦੇ ਲਈ ਜਿਹੜੀ ਆ ਉਹ ਗ੍ਰੈਜੂਏਸ਼ਨ ਦੀ ਐਡਮਿਸ਼ਨ ਲੈ ਰਹੇ ਨੇ, ਪਰ ਸਾਰਿਆਂ ਦਾ ਏਮ ਇਹੀ ਆ ਕਿ ਉਹਨਾਂ ਨੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਣਾ ਹੈ ਕਿਉਂਕਿ ਇੱਥੇ ਉਹਨਾਂ ਨੂੰ ਜਿੱਦਾਂ ਅਸੀਂ ਸੜਕਾਂ ਤੇ ਆ ਗਏ ਆ, ਸਾਰਾ ਕੁਝ ਪੜ੍ਹ ਲਿਖ ਕੇ PhDਆਂ ਕਰਕੇ ਇੰਨੇ ਸਾਰੇ ਰਿਸਰਚ ਪੇਪਰ ਪਬਲਿਸ਼ ਕਰਕੇ, ਤਾਂ ਉਹਨਾਂ ਨੂੰ ਅਸੀਂ ਕੀ ਦੱਸੀਏ ਕਿ ਤੁਸੀਂ ਪੜ੍ਹੋਗੇ ਤਾਂ ਤੁਹਾਡਾ ਇੱਥੇ ਭਵਿੱਖ ਉਜਲਾ ਹੈ। ਨਹੀਂ ਫਿਰ ਤਾਂ ਉਹ ਠੀਕ ਨੇ ਜਿਹੜੇ ਮਤਲਬ ਐਟਲੀਸਟ ਕਿ ਇੱਥੋਂ ਲਈ ਡਿਪੈਂਡ ਨਹੀਂ ਰਹਿ ਰਹੇ। ਬਿਲਕੁਲ ਜੀ, ਹੁਣ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਕਹਿ ਸਕਦੇ ਕਿ ਤੁਸੀਂ ਇੰਡੀਆ ਦੇ ਵਿੱਚ, ਭਾਰਤ ਵਿੱਚ ਰੁਕੋ ਤੇ ਇੱਥੇ ਆਪਣੇ ਦੇਸ਼ ਲਈ ਕੁਝ ਕਰੋ। ਘਰੋਂ ਕੀ ਸੋਚ ਕੇ ਆਉਂਦੇ ਹੋ? ਮਤਲਬ ਤੁਹਾਡੇ ਬਹੁਤ ਸਾਰੇ ਸਟੂਡੈਂਟ ਹੋਣਗੇ ਜਾਂ ਤੁਹਾਡੇ ਸਾਥੀਆਂ ਦੇ ਜਿਹੜੇ ਪੁਲਿਸ ਵੀ ਭਰਤੀ ਹੋਣਗੇ ਤੇ ਅੱਗੇ ਡਾਂਗਾ ਭਰਾਉਣ ਵਾਲੇ ਵੀ ਤਾਂ ਉਹੀ ਹੁੰਦੇ ਨੇ। ਦੇਖੋ ਜੀ, ਇਹਦਾ ਜਵਾਬ ਤਾਂ ਮੇਰੇ ਕੋਲ ਇਹ ਹੈ ਕਿ ਇਹ ਸਾਰੀ ਜਿਹੜੀ ਕੋਈ ਵੀ ਆਪਾਂ ਨੂੰ ਅਚੀਵਮੈਂਟ ਕਰਨੀ ਹੈ, ਕੋਈ ਪ੍ਰਾਪਤੀ ਕਰਨੀ ਹੈ ਤਾਂ ਇੱਥੇ ਸਾਡੇ ਦੇਸ਼ ਦੇ ਵਿੱਚ ਸੰਘਰਸ਼ ਤੋਂ ਬਿਨਾਂ ਕੁਝ ਨਹੀਂ ਲੱਭਣਾ ਹੈਗਾ। ਤੇ ਜਿਹੜੀਆਂ ਮੈਂ ਗੱਲਾਂ ਦੱਸੀਆਂ ਇਹਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਅਸੀਂ ਹੌਸਲਾ ਹਾਰੀਏ ਬੈਠੇ ਹਾਂ। ਅਸੀਂ ਸੰਘਰਸ਼ ਕਰਾਂਗੇ। ਅਸੀਂ ਸਰਕਾਰਾਂ ਦੀ ਚਾਹੇ ਇਹ ਜਿਹੜੀ ਮਨਸ਼ਾ ਨਾ ਹੋਵੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਭਵਿੱਖ ਨੂੰ ਸਵਾਰਨ ਦੀ, ਪਰ ਅਸੀਂ ਇਹਦਾ ਤਵੱਜਾ ਕਰਕੇ ਬੈਠੇ ਹਾਂ ਕਿ ਅਸੀਂ ਹੱਕ ਲੈ ਕੇ ਹਟਾਂਗੇ।
ਜੀ 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 ਇਧਰੋਂ ਇੱਕ ਭੈਣ ਜੀ ਸੀ ਦੁਬਾਰਾ ਕੁਝ ਕਹਿਣਾ, ਕੀ ਕਹਿਣਾ ਚਾਹ ਰਹੇ ਸੀ ਤੁਸੀਂ? ਸਰ ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਇੱਕ ਹੋਰ ਮੈਂ ਤੁਹਾਨੂੰ ਇਹਦੇ ਵਿੱਚ ਪੁਆਇੰਟ ਐਡ ਕਰਨਾ ਚਾਹਾਂਗੀ, ਜਿਹੜੇ ਟੀਚਰ ਨੇ ਮੈਨੂੰ ਪੜ੍ਹਾਇਆ ਹੈ ਉਹ ਟੀਚਰ ਵੀ ਮੇਰੇ ਹੈੱਡ ਆਫ ਡਿਪਾਰਟਮੈਂਟ ਨੇ, ਜਿਹੜੇ ਇਸ ਭਰਤੀ ਵਿੱਚ ਭਰਤੀ ਹੋਏ ਨੇ, ਔਰ ਮੇਰੇ ਇੱਕ ਜੂਨੀਅਰ, ਅਸੀਂ ਦੋਨੋਂ ਉਸ ਮੈਮ ਕੋਲੋਂ ਪੜ੍ਹੇ ਆ ਔਰ ਮੈਮ ਦੇ ਹੀ ਪੜ੍ਹਾਏ ਹੋਏ ਤੇ ਅਸੀਂ ਇਸ ਭਰਤੀ ਦੇ ਵਿੱਚ ਆਏ ਆ। ਸੋ ਇਹ ਵੀ ਸਾਡੇ ਲਈ ਤਰਾਸਦੀ, ਇੱਕ ਮੇਰੇ ਚਾਚਾ ਜੀ ਕਰਕੇ ਔਰ ਇੱਕ ਮੇਰੇ ਟੀਚਰ ਜਿਹੜੇ ਹੁਣ ਮੇਰੇ ਨਾਲ ਜੁਆਇਨ ਹੋਏ ਆ। ਸੋ ਜਦੋਂ ਵੀ ਇਹ ਭਰਤੀ ਦੀ ਗੱਲ ਹੁੰਦੀ ਹੈ ਤਾਂ ਅਸੀਂ ਆਪਣੇ ਟੀਚਰ ਦੇ ਮੂੰਹ ਵੱਲ ਦੇਖਦੇ ਹਾਂ ਕਿ ਮੈਡਮ ਹੁਣ ਸਾਡੀ ਭਰਤੀ ਦਾ ਕੀ ਬਣੇਗਾ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇੰਨੀਆਂ ਪੀੜ੍ਹੀਆਂ ਖਰਾਬ ਕਰਨ ਤੋਂ ਬਾਅਦ ਭਗਵੰਤ ਮਾਨ ਸਰਕਾਰ ਚਾਹੁੰਦੀ ਕੀ ਹੈ, ਸਾਨੂੰ ਕਲੀਅਰ ਬਿਲਕੁਲ ਦੱਸ ਦੇਵੇ ਤਾਂ ਕਿ ਅਸੀਂ ਇੱਥੋਂ ਦਾ ਖਹਿੜਾ ਹੀ ਛੱਡ ਦਈਏ, ਅਸੀਂ ਵਾਕਿਆ ਹੀ ਕੈਨੇਡਾ ਚੁਣੀਏ, ਪੰਜਾਬ ਨੂੰ ਨਾ ਚੁਣੀਏ। ਜੀ ਜੀ ਬਿਲਕੁਲ ਬਿਲਕੁਲ ਜੀ। ਵੀਰ ਜੀ ਕੀ ਨਾਮ ਆ ਤੁਹਾਡਾ, ਕਿੱਥੋਂ ਬਿਲੋਂਗ ਕਰਦੇ ਹੋ? ਮੇਰਾ ਨਾਮ ਹਰਜਿੰਦਰ ਸਿੰਘ, ਮੈਂ ਮੁਕਤਸਰ ਤੋਂ ਬਿਲੋਂਗ ਕਰਦਾ ਹਾਂ। ਅਸੀਂ ਇਸ ਜੌਬ ਵਿੱਚ ਆਉਣ ਤੋਂ ਪਹਿਲਾਂ ਮੈਂ ਤੇ ਮੇਰਾ ਸਾਥੀ ਹਰਜਿੰਦਰ, ਅਸੀਂ ਦੋਵੇਂ ਸਕੂਲ ਸਿੱਖਿਆ ਵਿਭਾਗ ਵਿੱਚ ਬਤੌਰ ਲੈਕਚਰਰ ਕੰਮ ਕਰਦੇ ਸੀ। ਅੱਛਾ ਜੀ, ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ 'ਚ। ਬਿਲਕੁਲ, ਜਦੋਂ ਇਹ ਐਡਵਰਟੀਜ਼ਮੈਂਟ ਆਈ ਤਾਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਸੀ, ਕਿਉਂਕਿ ਮੇਰਾ ਉਹਦੇ ਨਿੱਜੀ ਸੁਪਨਾ ਸੀ ਕਿ ਇੱਕ ਦਿਨ ਮੈਂ ਸਹਾਇਕ ਪ੍ਰੋਫੈਸਰ ਦੀ ਜੌਬ ਕਰਾਂ। ਅਸੀਂ ਬਹੁਤ ਟੈਸਟ ਹੋਣਾ ਸੀਗਾ, ਟੈਸਟ ਦੀ ਲਗਾਤਾਰ ਤਿਆਰੀ ਕੀਤੀ। ਟੈਸਟ ਹੋਣ ਦੇ ਉਸ ਤੋਂ ਬਾਅਦ ਅਸੀਂ ਮੈਰਿਟ ਵਿੱਚ ਆਏ, ਸਾਨੂੰ ਅਪਾਇੰਟਮੈਂਟਸ ਮਿਲੀਆਂ, ਅਸੀਂ ਕਾਲਜਾਂ ਵਿੱਚ ਪਹੁੰਚ ਗਏ। ਕਾਲਜਾਂ ਵਿੱਚ ਜਾ ਕੇ ਅਸੀਂ ਬੱਚਿਆਂ ਨੂੰ ਮਿਹਨਤ ਕਰਵਾਉਣੀ ਸ਼ੁਰੂ ਕੀਤੀ। ਜੇ ਮੈਂ ਆਪਦੇ ਖੁਦ ਦੇ ਕਾਲਜ ਦੀ ਗੱਲ ਕਰਾਂ ਤਾਂ ਮੁਕਤਸਰ ਸਾਹਿਬ ਕਾਲਜ ਦੇ ਵਿੱਚ ਸਾਰੇ ਬੱਚਿਆਂ ਨੂੰ ਇਹ ਸੁਨੇਹਾ ਦਿੱਤਾ, ਜ਼ਰੂਰੀ ਨਹੀਂ ਸਾਰਿਆਂ ਨੇ ਖੇਡਾਂ ਵਿੱਚ ਚੈਂਪੀਅਨ ਹੀ ਬਣਨਾ, ਸਾਰੇ ਬੱਚਿਆਂ ਦੀ ਖੇਡਾਂ ਵਿੱਚ ਭਾਗੀਦਾਰੀ ਬੜੀ ਜ਼ਰੂਰੀ ਹੈ, ਕਿਉਂਕਿ ਸਮਾਜ ਦੇ ਜੋ ਅਜੋਕੇ ਹਾਲਾਤ ਨੇ ਆਪਾਂ ਦੇਖ ਰਹੇ ਹਾਂ, ਸਾਰੇ ਬੱਚਿਆਂ ਦਾ ਰੁਝਾਨ ਥੋੜ੍ਹਾ ਜਿਹਾ ਨਸ਼ਿਆਂ ਵੱਲ ਜ਼ਿਆਦਾ ਵਧਿਆ ਹੋਇਆ ਹੈਗਾ। ਸੋ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਲਈ ਅਸੀਂ ਇਹ ਖੁਦ ਸਾਰੇ ਖਾਸ ਤੌਰ ਤੇ ਸਰੀਰਕ ਸਿੱਖਿਆ ਦੇ ਜਿੰਨੇ ਵੀ ਅਸਿਸਟੈਂਟ ਪ੍ਰੋਫੈਸਰ ਸਾਹਿਬਾਨ ਨਿਯੁਕਤ ਹੋਏ ਸੀ, ਉਹਨਾਂ ਨੇ ਖਾਸ ਰਣਨੀਤੀ ਬਣਾਈ ਸੀ ਵੀ ਆਪਾਂ ਇਸ ਦੇ ਲਈ ਖਾਸ ਤੌਰ ਤੇ ਵਿਸ਼ੇਸ਼ ਉਪਰਾਲੇ ਕਰਾਂਗੇ, ਤੇ ਉਹਦੇ ਤਹਿਤ ਹੁਣ ਉਹਨਾਂ ਉਪਰਾਲਿਆਂ ਨੂੰ ਬੂਰ ਪੈਂਦਾ ਵੀ ਦਿਖ ਰਿਹਾ ਸੀ। ਹੁਣ ਇਹਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਤਾਂ ਉਹਦੇ ਵਿੱਚ ਮੈਂ ਖੁਦ ਵੀ ਹਿੱਸਾ ਲਿਆ। ਮੈਂ ਬਲਾਕ ਲੈਵਲ ਤੇ, ਜ਼ਿਲ੍ਹਾ ਪੱਧਰ ਤੇ ਵੀ ਮੈਂ ਡਿਸਕਸ ਥਰੋ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਤੇ ਸ਼ਾਰਟ ਪੁੱਟ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ, ਤੇ ਨਾਲ ਦੀ ਨਾਲ ਮੇਰੇ ਬਹੁਤ ਸਾਰੇ ਸਟੂਡੈਂਟ ਨੇ ਇਹਨਾਂ ਖੇਡਾਂ ਵਿੱਚ ਮੈਡਲ ਹਾਸਲ ਕੀਤੇ ਆ। ਕਾਲਜ ਦਾ ਮਾਹੌਲ ਅਸੀਂ ਪਹਿਲਾਂ ਨਾਲੋਂ ਬਦਲ ਦਿੱਤਾ ਹੈਗਾ। ਹੁਣ ਸਾਡੇ ਕਾਲਜ ਦੇ ਵਿੱਚ ਜੇ ਅਸੀਂ ਮਾਰਨਿੰਗ ਵਿੱਚ ਜਾਂਦੇ ਹਾਂ ਤਾਂ ਬੱਚਿਆਂ ਵਿੱਚ ਖੇਡਾਂ ਪ੍ਰਤੀ ਇੰਨਾ ਉਤਸ਼ਾਹ ਹੈ, ਮੇਰੇ ਜਾਣ ਤੋਂ ਪਹਿਲਾਂ ਵਾਲੀਬਾਲ ਵਾਲੇ ਗਰਾਊਂਡ ਵਿੱਚ ਬੱਚੇ ਇਕੱਠੇ ਹੋ ਕੇ ਵਾਲੀਬਾਲ ਖੇਡਣਾ ਸ਼ੁਰੂ ਕਰ ਦਿੰਦੇ ਹਨ। ਸੋ ਅਸੀਂ ਬੜੇ ਹੀ ਜੋਸ਼ ਨਾਲ ਇਸ ਮਿਸ਼ਨ ਨੂੰ ਅੱਗੇ ਵਧਾ ਰਹੇ ਸੀ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ, ਪੰਜਾਬ ਦੇ ਭਵਿੱਖ ਨੂੰ ਚੰਗੇ ਪਾਸੇ ਵੱਲ ਲੈ ਕੇ ਜਾਵਾਂਗੇ, ਤੇ ਜਿਹੜੇ ਬੱਚਿਆਂ ਦਾ ਬਾਹਰ ਵੱਲ ਜਾਣ ਦਾ ਰੁਝਾਨ ਹੈ ਉਸ ਨੂੰ ਅਸੀਂ ਕਿਤੇ ਨਾ ਕਿਤੇ ਖਤਮ ਕਰ ਦੇਵਾਂਗੇ। ਪਰ ਇੱਕ ਦਿਨ ਅਚਾਨਕ ਇਹ 8 ਤਰੀਕ ਨੂੰ 8 ਅਗਸਤ ਨੂੰ ਫਰਮਾਨ ਜਾਰੀ ਹੁੰਦਾ ਹੈਗਾ ਵੀ ਇਹ ਭਰਤੀ ਹੈ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ। ਪਰ ਇਸ ਤੋਂ ਬਾਅਦ ਹੁਣ ਸਾਡਾ ਭਵਿੱਖ ਬਿਲਕੁਲ ਅੰਧੇਰੇ ਵਿੱਚ ਚਲਾ ਗਿਆ, ਕਿਉਂਕਿ ਖੁਦ ਅਸੀਂ ਪਿਛਲੀਆਂ ਜੌਬਸ ਵੀ ਛੱਡ ਚੁੱਕੇ ਹਾਂ। ਵੈਸੇ ਇਹ ਮੇਰੀ ਤੀਜੀ ਸਰਕਾਰੀ ਜੌਬ ਹੈ। ਪਹਿਲਾਂ ਡੀਪੀ, ਮੈਂ ਐਜ਼ ਅ ਡੀਪੀ ਨਿਯੁਕਤ ਹੋਇਆ ਸੀ, ਉਸ ਤੋਂ ਬਾਅਦ ਮੈਂ ਲੈਕਚਰਰ ਨਿਯੁਕਤ ਹੋਇਆ, ਫਿਰ ਮੈਂ ਇਸ ਭਰਤੀ ਵਿੱਚ ਅਸਿਸਟੈਂਟ ਪ੍ਰੋਫੈਸਰ ਨਿਯੁਕਤ ਹੋਇਆ। ਪਰ ਇਹ ਤਿੰਨ ਵਾਰੀ ਸਰਕਾਰੀ ਜੌਬ ਮਿਲਣ ਤੋਂ ਬਾਅਦ ਹੁਣ ਜੇ ਅਗਲੇ ਪਲ ਜੇ ਸਾਡੇ ਟਰਮੀਨੇਸ਼ਨ ਨੋਟਿਸ ਆ ਜਾਂਦੇ ਆ ਤਾਂ ਮੈਂ ਕੀ ਕਹੂੰਗਾ, ਮੈਂ ਬੇਰੁਜ਼ਗਾਰ ਹਾਂ। ਸੋ ਅਸੀਂ ਇਹੀ ਕਵਾਂਗੇ, ਇਹ ਬੜੀ ਨਿਰਾਸ਼ਾ ਦੀ ਗੱਲ ਹੈ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ, ਜਿਹੜੀ ਕਿ ਅਸੀਂ ਖੁਦ ਹੀ ਵੋਟਾਂ ਪਾ ਕੇ ਚੁਣੀ ਹੈ, ਉਹਨਾਂ ਨੂੰ ਜ਼ਰੂਰ ਇਸ ਮੁੱਦੇ ਤੇ ਵਿਚਾਰ ਕਰਨਾ ਚਾਹੀਦਾ ਹੈ। ਘੱਟੋ ਘੱਟ ਬਹਿ ਕੇ ਇਹਨਾਂ ਪੜ੍ਹੇ ਲਿਖੇ ਕਾਬਲ ਵਰਗ ਨਾਲ ਕੋਈ ਚਰਚਾ ਕਰਨੀ ਚਾਹੀਦੀ ਹੈ ਵੀ ਆਪਾਂ ਭਵਿੱਖ ਨੂੰ ਕਿਵੇਂ ਸੰਵਾਰੀਏ। ਇਹ ਕੋਈ ਗੱਲ ਨਹੀਂ ਹੈਗੀ ਵੀ 8 ਮਹੀਨੇ ਤੁਸੀਂ ਜੁਆਇਨ ਰਹੋ, ਤੁਹਾਨੂੰ ਤਨਖਾਹ ਮਿਲੇ, ਤੁਸੀਂ ਆਪਣਾ ਕੰਮ ਕਾਰ ਵਧੀਆ ਢੰਗ ਨਾਲ ਨਿਭਾ ਰਹੇ ਹੋ, ਤੇ ਅਗਲੇ ਹੀ ਪਲ ਤੁਹਾਨੂੰ ਕਹਿ ਦਿੱਤਾ ਜਾਵੇ ਭਰਤੀ ਰੱਦ ਹੋ ਗਈ ਤਾਂ ਤੁਸੀਂ ਆਪਣੇ ਘਰੋਂ ਕਰੀ ਜਾਓ। ਇਹ ਚੀਜ਼ ਬਹੁਤ ਹੀ ਗਲਤ ਹੈਗੀ ਹੈ। ਸੋ ਅਸੀਂ ਮਾਨ ਸਰਕਾਰ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ, ਲੋਕਾਂ ਦੇ ਹੱਕ ਵਿੱਚ ਕੋਈ ਨਾ ਕੋਈ ਫੈਸਲਾ ਲਿਆ ਜਾਵੇ, ਇਸ ਭਰਤੀ ਦੇ ਭਵਿੱਖ ਬਾਰੇ ਜ਼ਰੂਰ ਵਿਚਾਰਿਆ ਜਾਵੇ, ਕਿਉਂਕਿ ਜਿਹੜਾ ਇਹ ਡਿਸੀਜਨ ਆਇਆ ਹੈ ਇਹ ਸਿੰਗਲ ਬੈਂਚ ਵੱਲੋਂ ਲਿਆ ਗਿਆ ਹੈਗਾ। ਇਹਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਹਨ। ਸਰਕਾਰ ਨੇ ਆਪਣਾ ਪੱਖ, ਕਿਉਂਕਿ ਭਰਤੀ ਕਾਂਗਰਸ ਵੇਲੇ ਆਈ ਸੀ ਤਾਂ ਸਰਕਾਰ ਵੱਲੋਂ ਕਈ ਊਣਤਾਈਆਂ ਰਹਿ ਗਈਆਂ ਹੋਣੀਆਂ, ਅਸੀਂ ਮੰਨਦੇ ਹਾਂ, ਪਰ ਉਹਨਾਂ ਊਣਤਾਈਆਂ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ, ਇਹਦਾ ਸਹੀ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ ਤਾਂ ਜੋ ਇਹ ਜੋ ਮੇਰੇ ਕਾਬਲ ਸਾਥੀ ਹਨ ਇਹਨਾਂ ਦੇ ਭਵਿੱਖ ਨੂੰ ਹਨੇਰੇ 'ਚ ਪੈਣ ਤੋਂ ਰੋਕਿਆ ਜਾ ਸਕੇ। ਜੀ ਜੀ ਜੀ, ਇੱਕ ਚੀਜ਼ ਹੋਰ ਦੱਸੋ ਵੀਰੇ, ਵੀ ਜਦੋਂ ਹੁਣ ਇੱਕ ਤਾਂ ਗਰੋਥ ਲੈਣੀ ਸੀਗੀ, ਤਰੱਕੀ ਕਰਨੀ ਸੀ, ਤਰੱਕੀ ਸਭ ਨੂੰ ਪਿਆਰੀ ਹੁੰਦੀ ਹੈ ਨਾ ਕਿ ਤਰੱਕੀ ਮਿਲ ਜੇ, ਸਰਕਾਰ ਵੀ ਲੈ ਕੇ ਆਏ ਸੀਗੇ, ਹੁਣ ਘਰ ਦੇ ਫਿਰ ਜਾਂ ਹੋਰ ਦੋਸਤ ਮਿੱਤਰ ਆ ਉਹਨਾਂ ਨੇ ਤਾਨੇ ਮੈਨੇ ਵੀ ਤਾਂ ਸੁਣਨ ਨੂੰ ਮਿਲਦੇ ਹੋਣਗੇ।
ਹਾਂਜੀ ਬਿਲਕੁਲ ਤਾਨੇ ਮੇਨੇ ਸੁਣਨ ਨੂੰ ਮਿਲਦੇ ਹੈਗੇ ਆ। ਖਾਸ ਤੌਰ ਤੇ ਜਿਹੜੇ ਮੇਰੇ ਆਲੇ ਦੁਆਲੇ ਦੇ ਖਾਸ ਦੋਸਤ ਮਿੱਤਰ ਹੈਗੇ ਉਹ ਸਾਰੇ ਮਾਨਸਿਕ ਪਰੇਸ਼ਾਨੀ ਤੋਂ ਗੁਜ਼ਰ ਰਹੇ ਹਨ। ਲੋਕ ਵੀ ਹੁਣ ਲੋਕਾਂ ਨੂੰ ਇਹ ਜਿਹੜੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਉਹਦੀ ਇੰਨੀ ਸਮਝ ਨਹੀਂ ਹੈਗੀ। ਉਹ ਸਿਰਫ ਇਹੀ ਪੁੱਛਦੇ ਆ ਵੀ ਤੂੰ ਸਾਨੂੰ ਇਹ ਦੱਸ ਕਿ ਤੂੰ ਹੁਣ ਨੌਕਰੀ 'ਚ ਹੈਗਾ ਕਿ ਨਹੀਂ ਹੈਗਾ। ਫਿਰ ਉਹਦਾ ਜਵਾਬ ਹੁਣ ਮੇਰੇ ਕੋਲ ਹੈ ਨਹੀਂ, ਕਿਉਂਕਿ ਸਾਡੇ ਉੱਪਰ ਟਰਮੀਨੇਸ਼ਨ ਦੀ ਤਲਵਾਰ ਲਟਕੀ ਹੋਈ ਹੈ। ਕਿਸੇ ਵੀ ਟਾਈਮ DPI ਤੋਂ ਸਾਨੂੰ ਪ੍ਰਮਾਣ ਜਾਰੀ ਹੋ ਸਕਦਾ ਹੈ ਵੀ ਤੁਸੀਂ ਆਪਣੇ ਘਰੋਂ ਘਰੀ ਜਾਓ। ਸਾਡੇ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ। ਸਾਡਾ ਭਵਿੱਖ ਹੁਣ ਸਰਕਾਰ ਦੇ ਹੱਥ ਵਿੱਚ ਹੈ, ਕਿਉਂਕਿ ਮਾਨਯੋਗ ਹਾਈ ਕੋਰਟ ਨੇ ਵੀ ਸਿੱਧੀ ਜੋ ਲਾਸਟ ਸੁਣਵਾਈ ਹੋਈ ਹੈ ਇਸ ਕੇਸ ਦੇ ਸੰਬੰਧ ਵਿੱਚ, ਤਾਂ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਹੈਗਾ ਵੀ ਸਰਕਾਰ ਆ ਕੇ ਆਪਣਾ ਪੱਖ ਰੱਖੇ। ਸੋ ਸਾਡਾ ਨਿਰਾ ਪੂਰਾ ਭਵਿੱਖ ਉਹਨਾਂ ਦੇ ਹੱਥ ਵਿੱਚ ਹੈ। ਜੀ ਜੀ ਜੀ, ਕੀ ਕਹਿਣਾ ਚਾਹ ਰਹੇ ਸੀ ਵੀਰ ਜੀ ਤੁਸੀਂ? ਹਰਜਿੰਦਰ ਉਹਨਾਂ ਨੇ ਗੱਲ ਕੀਤੀ ਕਿ ਸਰਕਾਰ ਜਿਹੜੀ ਉਹ ਅਕਸਰ ਕਹੀ ਗਈ ਕਿ ਇਹ ਤਾਂ ਭਰਤੀ ਪਿਛਲੀ ਸਰਕਾਰ ਨੇ ਕੀਤੀ ਸੀ, ਉਹਨਾਂ ਨੇ ਗਲਤੀਆਂ ਛੱਡੀਆਂ ਨੇ ਜੀ। ਤਾਂ ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ 6 ਮਹੀਨੇ ਹੋ ਗਏ ਨੇ ਸਰਕਾਰ ਨੂੰ ਸੱਤਾ ਦੇ ਵਿੱਚ ਆਈ ਨੂੰ, ਤੇ ਹੁਣ ਜਦੋਂ ਪਿਛਲੀ 23 ਤਰੀਕ ਨੂੰ ਜਿਹੜਾ ਮਾਨਯੋਗ ਡਬਲ ਬੈਂਚ ਦੇ ਸਾਹਮਣੇ ਸੁਣਵਾਈ ਹੋ ਰਹੀ ਸੀ, ਤਾਂ ਅੱਜ ਜਿਹੜਾ ਆ ਅਨਾਉਂਸਮੈਂਟ ਹੋਈ ਨੂੰ 1.5 ਮਹੀਨਾ ਹੋ ਚੁੱਕਿਆ ਹੈ ਜੀ, ਤੇ 23 ਤਰੀਕ ਨੂੰ ਹੀ ਜਿਹੜੀ ਜਜਮੈਂਟ ਦੀ ਰਿਟਨ ਕਾਪੀ ਆਈ ਨੂੰ ਵੀ 1 ਹਫ਼ਤਾ ਹੋ ਚੁੱਕਿਆ ਸੀ। ਪਰ ਜਦੋਂ ਸਰਕਾਰਯੋਗ ਡਬਲ ਬੈਂਚ ਵੱਲੋਂ ਪੁੱਛਿਆ ਗਿਆ ਕਿ ਸਰਕਾਰ ਦਾ ਇੱਥੇ ਕੀ ਟੇਕ ਆ, ਤਾਂ ਜਿਹੜੇ ਲਾਅ ਅਫਸਰ ਸਰਕਾਰ ਵੱਲੋਂ ਨੁਮਾਇੰਦੇ ਪੇਸ਼ ਹੋਏ ਸੀ ਉਹਨਾਂ ਨੇ ਕਿਹਾ ਕਿ ਵੀ ਆਰ ਸਟਿਲ ਕੰਸੀਡਰਿੰਗ, ਤੇ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ। ਤਾਂ ਇਹਦੇ ਤੋਂ ਹੀ ਜਿਹੜਾ ਸਰਕਾਰ ਦੀ ਮਨਸ਼ਾ ਹੈ, ਜਿਹੜਾ ਸਰਕਾਰ ਦਾ ਇਰਾਦਾ ਜ਼ਾਹਰ ਹੁੰਦਾ ਆ ਕਿ ਹਾਇਰ ਐਜੂਕੇਸ਼ਨ ਨੂੰ ਲੈ ਕੇ ਉਹ ਕਿੰਨੀ ਕੁ ਸਹੂਲਤ ਹੈ ਜੀ। ਜੇ ਹੁੰਦੀ ਤਾਂ 1.5 ਮਹੀਨਾ ਜਿਹੜਾ ਸੀ ਜਜਮੈਂਟ ਦਾ ਇਹ ਤਾਂ ਪਤਾ ਲੱਗ ਗਿਆ ਸੀ, ਭਾਵੇਂ ਉਹਨਾਂ ਨੂੰ ਪੁਆਇੰਟਸ ਨਹੀਂ ਪਤਾ ਸੀਗੇ ਕਿ ਕਿਹੜੇ ਬੇਸ ਤੇ ਰੱਦ ਕੀਤੀ, ਪਰ ਇਹ ਤਾਂ ਪਤਾ ਹੋ ਗਿਆ ਸੀ ਕਿ ਜਿਹੜੀ ਰੱਦ ਹੋ ਗਈ ਆ ਤਾਂ ਉਹ ਕੋਈ ਤਿਆਰੀ ਸ਼ੁਰੂ ਕਰਦੇ, ਤੇ ਉਹਨਾਂ ਨੇ ਇਸ ਦੇ ਵਿੱਚ ਕੋਈ ਤਿਆਰੀ ਨਹੀਂ ਕੀਤੀ, ਤੇ ਕੋਰਟ ਦੇ ਵਿੱਚ ਜਾ ਕੇ ਫਿਰ ਹਾਲੇ ਵੀ ਉਹੀ ਕਹਿ ਰਹੇ ਨੇ ਕਿ ਅਸੀਂ ਹਾਲੇ ਜਿਹੜਾ ਮਸਲਾ ਵਿਚਾਰ ਅਧੀਨ ਹੈ। ਮੈਂ ਇਸ ਵੇਲੇ ਤੁਹਾਨੂੰ ਦੱਸਾਂਦਾ ਜੀ। ਜੀ 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 ਜੀ, ਵੀਰ ਜੀ ਕੀ ਨਾਮ ਆ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ ਹੋ? ਹਾਂਜੀ, ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ, ਮੈਂ ਬਠਿੰਡੇ ਦਾ ਰਹਿਣ ਵਾਲਾ। ਇਸ ਤੋਂ ਪਹਿਲਾਂ ਮੈਂ ਸਕੂਲ ਐਜੂਕੇਸ਼ਨ ਦੇ ਵਿੱਚ ਐਜ਼ ਅ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਜੌਬ ਕਰ ਰਿਹਾ ਸੀ GGS ਮੋੜ ਕਲਾਂ ਜੀ। ਹਾਂਜੀ, ਜਦੋਂ ਇਹ ਭਰਤੀ ਦੀ ਐਡ ਆਈ ਜੀ ਅਸੀਂ ਇਹਦੇ 'ਚ ਭਰਤੀ ਹੋਏ। ਜਦੋਂ 2 ਤਰੀਕ ਨੂੰ ਸਾਨੂੰ ਜੁਆਇਨਿੰਗ ਲੈਟਰ ਦੇਣ ਵਾਸਤੇ ਉੱਥੇ ਬੁਲਾਇਆ ਗਿਆ, ਤਾਂ ਸਾਨੂੰ ਮੌਕੇ 'ਤੇ ਹੀ ਉਸੇ ਟਾਈਮ ਕਿਹਾ ਗਿਆ ਕਿ ਭਾਈ ਜੇਕਰ ਤੁਸੀਂ ਰਿਜ਼ਾਈਨ ਦਿਓਗੇ ਤਾਂ ਤੁਹਾਨੂੰ ਜੁਆਇਨਿੰਗ ਲੈਟਰ ਮਿਲਣਗੇ, ਨਹੀਂ ਤੁਹਾਨੂੰ ਜੁਆਇਨਿੰਗ ਲੈਟਰ ਨਹੀਂ ਮਿਲਣਗੇ। ਫਿਰ ਖੜੇ ਪੈ ਰਿਜ਼ਾਈਨ ਪਾਏ? ਹਾਂਜੀ, ਖੜੇ ਪੈਣ ਮੌਕੇ 'ਤੇ ਸਾਡੇ ਤੋਂ ਇਹਨਾਂ ਨੇ ਟੈਕਨੀਕਲ ਰਿਜ਼ਾਈਨ ਲਿਖ ਕੇ ਉੱਥੇ ਮੇਲ ਕਰਵਾਈ ਜੀ। ਤੇ ਸਾਨੂੰ ਹੁਣ ਅਸੀਂ ਉਸ ਜੌਬ ਤੇ ਵੀ ਨਹੀਂ ਰਹੇ, ਜਿਹੜੀ ਜੌਬ ਤੇ ਸਾਨੂੰ ਜੁਆਇਨ ਕਰਾਇਆ ਸੀਗਾ ਉਹਦੇ ਤੇ ਵੀ ਨਹੀਂ ਰਹੇ। ਅਸੀਂ ਤਾਂ ਹੁਣ ਕਿਸੇ ਪਾਸੇ ਦੇ ਵੀ ਨਹੀਂ ਰਹੇ ਜੀ, ਨਾ ਅਸੀਂ ਉੱਧਰ ਦੇ ਨਾ ਉੱਧਰ ਦੇ ਜੀ। ਹੁਣ ਅਸੀਂ ਦੱਸੋ ਕਿੱਥੇ ਜਾਈਏ ਜੀ। ਤੇ ਹੁਣ ਮਤਲਬ ਘਰ ਦੇ ਕੀ ਕਹਿੰਦੇ ਨੇਗੇ ਜਾਂ ਹੋਰ ਦੋਸਤ ਮਿੱਤਰ ਕੀ ਕਹਿੰਦੇ ਨੇਗੇ? ਘਰ ਦੇ ਤਾਂ ਕਹਿੰਦੇ ਨੇ ਜੀ ਦੇਖ ਲੈ ਤੂੰ ਹੁਣ ਕੀ ਕਰੀ ਜਾਂਦਾ ਹੈਗਾ ਜੀ, ਤੂੰ ਉਧਰ ਚੰਗੀ ਭਲੀ ਤੈਨੂੰ ਜੌਬ ਮਿਲੀ ਸੀ। ਨਹੀਂ, ਕਹਿਣ ਤੋਂ ਭਾਵ ਇਹ ਵੀ ਇੰਨਾ ਸਮਾਂ ਵੀ ਬਰਬਾਦ ਕਰਤਾ, ਨਾਲ ਦੀ ਨਾਲ ਨੌਕਰੀ ਪੁਰਾਣੀ ਸੀਗੀ ਉਹ ਵੀ ਛੱਡਦੀ। ਹਾਂਜੀ ਹਾਂਜੀ, ਤਾਂ ਘਰਦਿਆਂ ਨੇ ਪਹਿਲਾਂ ਵੀ ਕਿਹਾ, ਕਹਿੰਦੇ ਵੀ ਯਾਰ ਤੂੰ ਚੰਗੀ ਭਲੀ ਨੌਕਰੀ ਲੱਗਾਂਗਾ ਜੀ, ਤੂੰ ਕੀ ਲੈਣਾ। ਮੈਂ ਕਿਹਾ ਨਹੀਂ ਵੀ ਅਸੀਂ ਕਾਲਜਾਂ ਦੇ ਵਿੱਚ ਜਾਵਾਂਗੇ। ਸ਼ੁਰੂ ਤੋਂ ਸਾਡਾ ਸੁਪਨਾ ਸੀਗਾ ਜੀ ਅਸੀਂ ਕਾਲਜ ਦੇ ਵਿੱਚ ਪੜ੍ਹਾਵਾਂਗੇ, ਕਾਲਜਾਂ ਦੇ ਵਿੱਚ ਜਾਵਾਂਗੇ ਤੇ ਕਾਲਜਾਂ ਦੀ ਜਿਹੜੀ ਵਿਗੜੀ ਹੋਏ ਹਾਲਾਤ ਨੇ ਉਹਨਾਂ ਨੂੰ ਸੁਧਾਰਾਂਗੇ। ਅਸੀਂ ਵੀ ਜਦੋਂ ਤੋਂ ਪੜ੍ਹਦੇ ਰਹੇ ਹਾਂ ਸਾਨੂੰ ਪਤਾ ਹੀ ਹੈ ਜੀ ਕਾਲਜਾਂ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ। ਕੋਈ ਰੈਗੂਲਰ ਪ੍ਰੋਫੈਸਰ ਨਹੀਂ ਹੈ ਕਾਲਜ ਦੇ ਵਿੱਚ, ਬਹੁਤ ਘੱਟ ਰੈਗੂਲਰ ਪ੍ਰੋਫੈਸਰ ਨੇ। ਤੇ ਹੁਣ ਜਿਵੇਂ ਮੈਂ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਪੜ੍ਹਾਉਂਦਾ ਜੀ, ਉੱਥੇ ਮੇਰੀ ਫਸਟ ਈਅਰ ਦੇ ਵਿੱਚ ਐਡਮਿਸ਼ਨ ਤੇ ਡਿਊਟੀ ਲੱਗੀ ਹੋਈ ਸੀ। ਅਸੀਂ 950 ਬੱਚਾ ਭਰਤੀ ਕਰ ਲਿਆ। ਉਸ ਤੋਂ ਬਾਅਦ ਵੀ ਤਕਰੀਬਨ 700 ਬੱਚਾ ਅਸੀਂ ਇਸ ਵਾਸਤੇ ਮੋੜਤਾ ਕਿ ਸਾਡੇ ਕੋਲੇ ਬਿਠਾਉਣ ਨੂੰ ਕਮਰੇ ਨਹੀਂ ਹੈਗੇ। ਜਦੋਂ ਅਸੀਂ ਉਹਨਾਂ ਬੱਚਿਆਂ ਨੂੰ ਪੁੱਛਦੇ ਹਾਂ ਕਿ ਤੁਸੀਂ ਜਾ ਕੇ ਕੋਟਕਪੂਰੇ ਕਿਉਂ ਨਹੀਂ ਦਾਖਲਾ ਲੈਂਦੇ, ਜੀਰੇ ਕਿਉਂ ਨਹੀਂ ਦਾਖਲਾ ਲੈਂਦੇ, ਫਿਰੋਜ਼ਪੁਰ ਕਾਲਜ ਕਿਉਂ ਨਹੀਂ ਦਾਖਲਾ ਲੈਂਦੇ, ਤਾਂ ਉਹਨਾਂ ਦਾ ਇਹੀ ਜਵਾਬ ਹੁੰਦਾ ਕਿ ਉਹਨਾਂ ਕਾਲਜਾਂ ਦੇ ਵਿੱਚ ਪੜ੍ਹਾਉਣ ਲਈ ਪ੍ਰੋਫੈਸਰ ਹੀ ਨਹੀਂ ਹੈਗੇ ਜੀ, ਉੱਥੇ ਪੜ੍ਹਾਈ ਨਹੀਂ ਹੈਗੀ, ਇੱਥੇ ਪ੍ਰੋਫੈਸਰ ਅਸੀਂ ਤਾਂ ਕਰਕੇ ਇੱਥੇ ਹੋਏ। ਅੱਛਾ ਜੀ। ਤੁਸੀਂ ਦੱਸੋ ਜੀ ਉਹ ਕਾਲਜਾਂ ਦਾ ਕੀ ਕਸੂਰ ਹੈ ਜਿਹੜੇ ਕਾਲਜ ਬਿਨਾਂ ਪ੍ਰੋਫੈਸਰਾਂ ਤੋਂ ਪਏ ਆ, ਜਿੱਥੇ ਸਿਰਫ ਟਾਈਮ ਪਾਸ ਕੀਤਾ ਜਾ ਰਿਹਾ ਹੈ ਥੋੜੇ ਪ੍ਰੋਫੈਸਰ ਲਾ ਕੇ। ਐਡਮਿਸ਼ਨ ਉੱਥੇ ਕਿੱਥੋਂ ਆਊਗੀ? ਬੱਚੇ ਪੜ੍ਹਨ ਕਿੱਥੋਂ ਜਾਣਗੇ? ਪੜ੍ਹਾਉਣਾ ਤਾਂ ਪ੍ਰੋਫੈਸਰਾਂ ਨੇ ਕੰਧਾਂ ਨੂੰ ਤਾਂ ਨਹੀਂ ਪੜ੍ਹਾਉਣਾ ਜੀ। ਜੇ ਪੜ੍ਹਾਉਣ ਵਾਸਤੇ ਉਹਨਾਂ ਨੂੰ ਪ੍ਰੋਫੈਸਰ ਹੀ ਨਹੀਂ ਮਿਲਣਗੇ ਤਾਂ ਉਹ ਬੱਚੇ ਉੱਥੇ ਪੜ੍ਹਨ ਕਿਵੇਂ ਜਾਣਗੇ? ਫਿਰ ਇਹ ਕਹਿ ਕੇ ਕਾਲਜਾਂ ਨੂੰ ਮਰਜ ਕਰ ਰਹੇ ਆ। ਹੁਣੇ ਪਿੱਛੇ ਨੋਟਿਸ ਆਇਆ 10 ਕਾਲਜਾਂ ਨੂੰ ਕਲਸਟਰ ਦੇ ਵਿੱਚ ਮਰਜ ਕਰਨ ਦਾ, ਕਿ ਇਹਨਾਂ ਕਾਲਜਾਂ ਦੇ ਵਿੱਚ ਜੀ ਐਡਮਿਸ਼ਨ ਘੱਟ ਹੈ। ਦੂਸਰੇ ਹੀ ਕਾਲਜਾਂ ਦੇ ਵਿੱਚੋਂ ਚੱਕ ਕੇ ਉੱਥੇ ਜਿਹੜੇ ਪ੍ਰੋਫੈਸਰ ਹੈਗੇ ਉਹਨਾਂ ਦੀ ਡਿਊਟੀ ਲਵਾਤੀ ਜੀ, 3 ਦਿਨ ਇੱਧਰ ਪੜ੍ਹਾਉਣਗੇ ਇਹ, 3 ਦਿਨ ਉੱਧਰ ਪੜ੍ਹਾਉਣਗੇ। ਅੱਛਾ ਜੀ। ਤਾਂ ਜੋ ਇਹਨਾਂ ਨੂੰ ਨਵੇਂ ਜਿਹੜੇ ਪ੍ਰੋਫੈਸਰ ਉਹ ਭਰਤੀ ਨਾ ਕਰਨੇ ਪੈਣ। ਜਿਹੜੇ ਹੁਣ 3 ਦਿਨ ਉਹ ਕਾਲਜ ਉੱਧਰ ਪੜ੍ਹਾਉਣ ਜਾਣਗੇ, ਸਾਡੇ ਕੋਲੇ ਹੁਣ 950 ਦੀ ਸਟਰੈਂਥ ਹੈਗੀ। ਨਹੀਂ, ਫਿਰ ਮਤਲਬ 3 ਦਿਨ ਜਾਂ 2 ਦਿਨ ਕਾਲਜ ਓਪਨ ਕਰਨਗੇ, ਫਿਰ ਬਾਕੀ ਦਿਨ ਬੱਚੇ ਕੀ ਕਰਨਗੇ? ਉਹੀ ਤਾਂ ਮੈਂ ਕਹਿਣ ਜਾ ਰਿਹਾ ਜੀ, ਜਿਹੜੇ ਹੁਣ 3 ਦਿਨ ਇੱਧਰ ਟੀਚਰ ਉੱਧਰ ਜਾਣਗੇ ਤਾਂ ਫਿਰ ਇਹ ਕਾਲਜ ਦਾ ਪਿਛਲੇ 3 ਦਿਨ ਕੀ ਬਣੂਗਾ? 3 ਦਿਨ ਫਿਰ ਤਾਲਾ ਲਾ ਦੇਣਾ ਚਾਹੀਦਾ ਫਿਰ ਤਾਂ। ਉਹੀ ਤਾਂ ਕਹਿ ਰਹੇ ਜੀ, ਉਹਨਾਂ ਜਿਹੜੀਆਂ ਕਲਾਸਾਂ ਨੇ 3 ਦਿਨ ਉਹਨਾਂ ਦਾ ਕੀ ਬਣੂਗਾ? ਇਹ ਬਹੁਤ ਤਰਾਸਦੀ ਹੈ ਸਾਡੀ ਸਰਕਾਰ ਦੀ। ਇਹ ਐਜੂਕੇਸ਼ਨ ਕਹਿੰਦੇ ਸੀ ਅਸੀਂ ਐਜੂਕੇਸ਼ਨ ਨੂੰ ਪ੍ਰਮੋਟ ਕਰਾਂਗੇ, ਐਜੂਕੇਸ਼ਨ ਨੂੰ ਪ੍ਰਮੋਟ ਨਹੀਂ ਕਰ ਰਹੇ, ਟਾਈਮ ਪਾਸ ਕਰ ਰਹੇ ਆ।
ਹੁਣ ਤੁਸੀਂ ਦੇਖੋ ਭਗਵੰਤ ਮਾਨ ਸਾਹਿਬ ਦਾ ਤੁਸੀਂ ਇੱਕ ਪਹਿਲਾਂ ਸਪੀਚ ਸੁਣੀ ਹੋਣੀ ਹੈ। ਇਹਨਾਂ ਨੇ ਕਿਹਾ ਸੀਗਾ ਪੁਰਾਣੀ ਸਰਕਾਰ ਦੇ ਅੱਗੇ ਦੱਸਿਆ ਸੀਗਾ ਕਿ ਇਹ ਪੁਰਾਣੀ ਪਟਵਾਰੀ ਰੱਖ ਰਹੇ ਨੇ ਰਿਟਾਇਰ ਆ ਕਿ ਜਿਹੜੇ ਨਵੇਂ ਨੌਜਵਾਨ ਨੇ ਉਹ ਖਤਮ ਹੋ ਗਏ। ਇਹ ਤਾਂ ਤੁਹਾਡੇ ਜਿਹੜੇ ਸਿੱਖਿਆ ਮੰਤਰੀ ਉਹ ਵੀ ਇਹੋ ਕਹਿੰਦੇ ਸੀਗੇ। ਹਾਂਜੀ, ਕਹਿੰਦੇ ਵੀ ਨਵੇਂ ਜਿਹੜੇ ਨੌਜਵਾਨ ਨੇ ਉਹ ਖਤਮ ਹੋ ਗਏ, ਜਿਹੜੇ ਇਹ ਪੁਰਾਣੇ ਪਟਵਾਰੀਆਂ ਨੂੰ ਲਿਆ ਕੇ ਤੇ ਉੱਥੇ ਰੱਖ ਰਹੇ ਆ। ਹੁਣ ਇਹਨਾਂ ਨੂੰ ਪੁੱਛਿਆ ਜਾਵੇ ਜਿਹੜੇ ਇਹ 400 ਰਿਟਾਇਰ ਪ੍ਰੋਫੈਸਰਾਂ ਨੂੰ ਭਰਤੀ ਕਰਨ ਦੀ ਗੱਲ ਕਰ ਰਹੇ ਆ, ਜਿਹੜੇ ਆ ਨੌਜਵਾਨ ਰੋਡਾਂ ਤੇ ਬੈਠੇ ਹੈਗੇ, ਇਹਨਾਂ ਦਾ ਕੀ ਆ? ਕੀ ਇਹ ਨੌਜਵਾਨਾਂ ਨੂੰ ਨੌਕਰੀ ਦੇਣਾ ਬਣਦਾ ਕਿ ਉਹਨਾਂ ਜਿਹੜੇ ਰਿਟਾਇਰ ਪ੍ਰੋਫੈਸਰ ਉਹਨਾਂ ਨੂੰ ਨੌਕਰੀ ਦੇਣਾ ਬਣਦਾ? ਕੁੱਲ ਮਿਲਾ ਕੇ ਇਹ ਸਾਰੀਆਂ ਸਰਕਾਰਾਂ ਇੱਕੋ ਹੀ ਨੀਤੀ ਤੇ ਚੱਲ ਰਹੀਆਂ ਨੇ। ਇਹ ਹਾਇਰ ਐਜੂਕੇਸ਼ਨ ਨੂੰ ਖਤਮ ਕਰਨ ਵੱਲ ਜਾ ਰਹੀਆਂ, ਪ੍ਰਾਈਵੇਟੇਸ਼ਨ ਕਰਨ ਜਾ ਰਹੀਆਂ ਨੇ। ਜੀ 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 ਭੈਣ ਜੀ, ਕੀ ਨਾਮ ਆ ਤੁਹਾਡਾ, ਕਿੱਥੋਂ ਬਿਲੋਂਗ ਕਰਦੇ? ਮੇਰਾ ਨਾਮ ਡਾਕਟਰ ਅਮਰਿਤ ਕੌਰ, ਮੈਂ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਤੋਂ ਆਇਆ ਹਾਂ। ਅੱਛਾ ਜੀ, ਤਰਨਤਾਰਨ ਦੇ ਰਹਿਣ ਵਾਲੇ ਹੋ। ਹਾਂਜੀ ਹਾਂਜੀ ਇਹ ਤੁਸੀਂ ਵੀ ਇਸ ਭਰਤੀ ਦੇ ਵਿੱਚ ਸੀਗੇ? ਹਾਂਜੀ ਹਾਂਜੀ ਬਿਲਕੁਲ ਸਰ, ਮੇਰੇ ਵਾਸਤੇ ਤਾਂ ਬੜੀ ਇੱਕ ਚੁਣੌਤੀਪੂਰਨ ਭਰਤੀ ਜੀ। ਸੀਗੀ। ਮੈਂ ਓਵਰਏਜ ਹਾਂ ਸਰ, ਔਰ ਮੇਰੇ ਜਿਹੜੇ ਨਾਲ ਦੇ ਕੈਂਡੀਡੇਟਸ ਹੈਗੇ ਨੇ ਕੁਛ ਉਹ ਵੀ ਓਵਰਏਜ ਨੇ ਸਰ। ਇਸ ਤਰ੍ਹਾਂ ਹੋਇਆ ਕਿ ਪਹਿਲਾਂ ਤਾਂ ਮੈਂ ਅਪਲਾਈ ਨਹੀਂ ਸੀ ਕਰ ਸਕਦੀ, ਬਾਅਦ ਵਿੱਚ ਸਰ ਸਰਕਾਰੀ ਕਾਲਜ ਬਚਾਓ ਮੰਚ ਵਾਲਿਆਂ ਨੇ ਏਜ ਵਧਵਾਈ, ਕਿਉਂਕਿ ਕਾਫੀ ਜਿਹੜੇ ਸਾਡੇ ਕੈਂਡੀਡੇਟਸ 40+ ਸੀਗੇ ਤੇ ਸਰ ਅੱਗੇ ਤਾਂ ਕੋਈ ਸਕੋਪ ਹੀ ਨਹੀਂ ਬਚਦਾ ਸਰ। ਮੇਰੀ ਜਿਹੜੀ ਏਜ ਆ 50 ਇਅਰਸ ਦੇ ਕਰੀਬ ਆ, ਔਰ ਤੁਸੀਂ ਦੇਖੋ ਕਿ ਸਰ ਮੈਨੂੰ ਇਹ ਬੜੀ ਮੁਸ਼ਕਲ ਚਾਂਸ ਮਿਲਿਆ ਸੀਗਾ। ਜਦੋਂ ਏਜ ਵਧੀ ਮੈਂ ਵੀ ਅਪਲਾਈ ਕੀਤਾ, ਪ੍ਰੋਸੈਸ ਵਿੱਚ ਆਈ ਸਰ, ਰਾਤਾਂ ਜਾਗ ਕੇ ਮਿਹਨਤ ਕੀਤੀ। ਮੇਰੀ ਜਿਹੜੀ ਸਰ ਕੁਆਲੀਫਿਕੇਸ਼ਨ ਆ MA ਹਿਸਟਰੀ ਪੰਜਾਬੀ ਹੈ, MEd MPhil PhD, ਤੇ ਤੁਹਾਡੇ ਸਾਹਮਣੇ ਮੈਂ ਆਪਣੀ ਬੁੱਕ ਨਾਲ ਲੈ ਕੇ ਆਈ ਹਾਂ। ਇਹ ਮੈਂ ਬੁੱਕ ਇੱਕ ਪਬਲਿਸ਼ ਕੀਤੀ, ਇੱਕ ਮੇਰੀ ਬੁੱਕ ਜਿਹੜੀ ਉਹ ਪ੍ਰੋਸੈਸ ਵਿੱਚ ਆ। ਇਸ ਤੋਂ ਇਲਾਵਾ ਜਿਹੜਾ 12 ਦੇ ਕਰੀਬ ਮੇਰੇ ਜਿਹੜੇ ਰਿਸਰਚ ਪਬਲੀਕੇਸ਼ਨ ਨੇ, ਔਰ ਹਰ ਸਾਲ ਪੰਜਾਬ ਹਿਸਟਰੀ ਕਾਨਫਰੰਸ ਪਟਿਆਲੇ ਵਿਖੇ ਮੈਂ ਆਪਣਾ ਜਿਹੜਾ ਪੇਪਰ ਪ੍ਰੈਜ਼ੈਂਟ ਕਰਦੀ ਹਾਂ। ਭੈਣ ਜੀ, ਇੰਨਾ 골ਡਨ ਚਾਂਸ ਤੁਹਾਨੂੰ ਮਿਲਿਆ ਸੀਗਾ ਲੈ ਕੇ ਤੁਸੀਂ ਅਚੀਵ ਕੀਤਾ ਨੌਕਰੀ ਲਈ, ਤੇ ਉਹੀ ਹੁਣ ਖੁੱਸ ਗਈ। ਹੁਣ ਫੈਮਿਲੀ ਆ ਘਰ ਦੇ, ਜਿਹੜਾ ਇੱਕ ਮਤਲਬ ਇਹ ਕਿ ਅਰਨਿੰਗ ਸੋਰਸ ਕਹਿ ਲਓ, ਇੱਕ ਕਰੀਅਰ ਸੀਗਾ, ਉਹਦਾ ਸਾਰਾ ਤੁਹਾਡਾ ਦਾਅ ਤੇ ਲੱਗ ਗਿਆ। ਸਰ ਬਹੁਤ ਬੁਰਾ ਅਸਰ ਹੋਇਆ ਸਰ ਮੇਰੀ ਫੈਮਿਲੀ ਤੇ। ਜਿਸ ਤਰ੍ਹਾਂ ਮੇਰੇ ਪਰਸਨਲ ਸਰ ਕੇਸ ਆ ਕਿ ਸਰ ਫਾਦਰ ਮੇਰੇ ਹੈਗੇ ਨਹੀਂ ਆ, ਔਰ ਸਿਸਟਰ ਮੇਰੀ ਡਿਵੋਰਸੀ ਆ, ਬ੍ਰਦਰ ਮੈਂ ਤੇ ਮਦਰ ਤਿੰਨੇ ਹੀ ਰਹਿੰਦੇ ਆ। ਬ੍ਰਦਰ ਵੀ ਮੇਰਾ ਪ੍ਰਾਈਵੇਟ ਜੌਬ ਕਰੇ, ਤੁਹਾਨੂੰ ਪਤਾ ਹਾਇਰ ਐਜੂਕੇਸ਼ਨ ਦਾ ਤੇ ਬੇੜਾ ਹੀ ਗਰਕ ਹੋ ਗਿਆ। ਕੁਛ ਕਾਂਗਰਸ ਦੇ ਵੇਲੇ ਤਾਂ ਆਮ ਆਦਮੀ ਪਾਰਟੀ ਤੇ ਬਿਲਕੁਲ ਮਹਾਨ ਨਕੰਮੀ ਸਰਕਾਰ, ਮੈਂ ਕਹਾਂਗੀ ਸਰ ਮੈਨੂੰ ਕੋਈ ਚੀਜ਼ ਨਹੀਂ, ਕੋਈ ਡਰ ਨਹੀਂ ਆ। ਇਸ ਪਾਰਟੀ ਨੇ ਹੋਰ ਬੇੜਾ ਗਰਕ ਕਰਤਾ ਕਿ ਜਿਹੜਾ ਸਟੂਡੈਂਟਸ ਵੀ ਰੋਲ ਰਹੇ ਤੇ ਟੀਚਰਸ ਵੀ ਰੋਲ ਰਹੇ ਆ। ਸਰ ਮੇਰੀ ਜਿਹੜੀ ਫੈਮਿਲੀ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ ਕਿ ਸਰ ਮੇਰਾ ਸੋਰਸ ਆਫ ਇਨਕਮ ਸੀ, ਮੈਂ ਪਾਰਟ ਟਾਈਮ ਜੌਬ ਕਰਦੀ ਸੀ। ਗੁਰੂ ਨਾਨਕ ਯੂਨੀਵਰਸਿਟੀ ਦਾ ਕਾਲਜ ਸੀਗਾ ਕਤੂਟਿੰਗਾ 'ਚ ਸਰ। ਪਹਿਲਾਂ ਤਾਂ ਕੰਟਰੈਕਟ ਸੀ, ਬਾਅਦ ਵਿੱਚ ਕੋਵਿਡ ਕਰਕੇ ਕੰਟਰੈਕਟ ਵੀ ਬੰਦ ਕਰਤਾ। ਯੂਨੀਵਰਸਿਟੀ ਦੇ VC ਸਰ ਵੀ ਜੌਬ ਦੇਣ 'ਚ ਜ਼ਿਆਦਾ ਕੋਈ ਖੁਸ਼ ਨਹੀਂ ਆ, ਕੋਈ ਇੰਟਰਸਟ ਨਹੀਂ ਦਿਖਾਉਂਦੇ ਸਰ। ਜਦੋਂ ਇਹ ਜੌਬ ਮੈਨੂੰ ਮਿਲੀ ਤਾਂ ਜਿਸ ਤਰ੍ਹਾਂ 3 ਦਸੰਬਰ ਨੂੰ ਸਾਨੂੰ ਜੁਆਇਨਿੰਗ ਲੈਟਰਸ ਮਿਲੀਆਂ, ਕਾਲਜ ਹੀ ਮਿਲਨੇ ਸੀਗੇ, ਤਾਂ ਕਿ ਅਗੇ ਸਾਡੀ ਜਿਹੜੀ ਇਸ ਭਰਤੀ ਤੇ ਸਟੇ ਲੱਗ ਗਿਆ। ਮੈਨੂੰ ਬੜੀ ਆਸ ਜਾਗੀ ਕਿ ਚਲੋ ਭਾਵੇਂ ਮੈਂ ਥੋੜੇ ਸਾਲ ਹੀ ਜੌਬ ਕਰਨੀ ਆ, ਪਰ ਸਰਕਾਰੀ ਜੌਬ ਤੇ ਕਰਾਂ, ਕਮ ਸੇ ਕਮ ਮੇਰੀ ਜਿਹੜੀ ਪੜ੍ਹਾਈ ਹੈ ਉਹ ਤਾਂ ਮੁੱਲ ਤੇ ਪੈ ਗਿਆ। ਪਰ ਸਰ ਤੁਹਾਡੇ ਸਾਹਮਣੇ ਸੜਕਾਂ ਤੇ ਰੋਲ ਰਹੀ ਆ, ਇਹ 골ਡਨ ਚਾਂਸ ਮੇਰੇ ਕੋਲ ਖੁੱਸ ਗਿਆ। ਜੇ ਸਾਡੀ ਭਰਤੀ ਬਹਾਲ ਨਾ ਹੋਈ ਤਾਂ ਮੈਂ ਜ਼ਿੰਦਗੀ ਵਿੱਚ ਮੈਨੂੰ ਕਦੀ ਵੀ ਸਰਕਾਰੀ ਨੌਕਰੀ ਨਹੀਂ ਮਿਲਣੀ। ਇਸ ਤਰ੍ਹਾਂ ਹੀ ਧੱਕੇ ਖਾਵਾਂਗੀ ਪ੍ਰਾਈਵੇਟ ਸੰਸਥਾਵਾਂ ਜੌਬ ਕਰਕੇ 21,600 ਤੇ ਜਾਂ 20,000 ਤੇ ਜਾਂ 15,600 ਤੇ, ਔਰ ਕਹਿਣ ਨੂੰ ਤੇ ਪ੍ਰੋਫੈਸਰ ਹੋਵਾਂਗੇ ਪਰ ਕੰਮ ਸਾਡੇ ਕੋਲ ਕਲਰਕਾਂ ਵਾਲੇ ਸਭ ਲੈ ਜਾਂਦੇ। ਇਹ ਮੇਰੀ ਜਿਹੜੀ ਪਰਸਨਲ ਤਰਾਸਦੀ ਆ। ਪਰ ਮੈਂ 1158 ਸਹਾਇਕ ਪ੍ਰੋਫੈਸਰ ਤੇ 11 ਫਰੰਟ ਪੰਜਾਬ ਵੱਲੋਂ ਸਾਰਿਆਂ ਦੀ ਹਮਾਇਤ ਤੇ ਬੋਲਣਾ ਚਾਹੁੰਦੀ ਹਾਂ ਕਿ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ। ਭਗਵੰਤ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ, ਆਪਣੇ ਦਫ਼ਤਰ ਵਿੱਚ ਭਗਤ ਸਿੰਘ ਦੀ ਫੋਟੋ ਲਾਈ, ਬਾਬਾ ਸਾਹਿਬ ਦੀ ਫੋਟੋ ਲਾਈ, ਇਹ ਸਬੂਤ ਦਿੱਤਾ ਕਿ ਮੈਂ ਇਹਨਾਂ ਦੀ ਸੋਚ ਤੇ ਪਹਿਰਾ ਦੇਵਾਂਗਾ। ਅੱਜ ਤੁਹਾਡੇ ਸਾਹਮਣੇ ਹੀ ਆ ਕਿ ਉਹ ਕੀ ਸੋਚ ਤੇ ਪਹਿਰਾ ਦੇ ਰਿਹਾ ਕਿ ਅਸੀਂ ਸੜਕਾਂ ਤੇ ਰੋਲ ਰਹੇ ਹਾਂ। ਉਹਨਾਂ ਨੂੰ ਯੋਗ ਤੇ ਅਯੋਗ ਦਾ ਜਿਹੜਾ ਫਰਕ ਦਿਖਾਈ ਦਿੰਦਾ। ਸਰ ਮੇਰੀ ਯੋਗਤਾ ਇੱਥੋਂ ਹੀ ਕਲੀਅਰ ਹੋ ਜਾਂਦੀ ਆ। ਔਰ ਤੁਸੀਂ ਦੇਖੋ ਸਾਡੇ ਮੁਕਾਬਲੇ ਕਾਲਜਾਂ ਵਿੱਚ ਅਯੋਗ ਗੈਸਟ ਫੈਕਲਟੀ ਨੂੰ ਜਿਹੜਾ ਉਹਨਾਂ ਨੂੰ ਮਾਨਤਾ ਦਿੱਤੀ ਜਾ ਰਹੀ ਆ। ਉਹਨਾਂ ਨੂੰ ਸਹੂਲਤਾਂ ਵੀ ਦੇਤੀਆਂ, ਪੇ ਵੀ ਉਹਨਾਂ ਦੀ ਵਧਾਤੀ, ਔਰ ਉਹਨਾਂ ਨੂੰ ਕੀ ਕੀਤਾ ਗਿਆ ਕਿ ਜਿਹੜਾ ਪੱਕੇ ਪ੍ਰੋਫੈਸਰਾਂ ਦੇ ਟਾਈਪ ਜਿਹੜੀਆਂ ਸਹੂਲਤਾਂ ਭੱਤੇ ਜਿਹੜੇ ਦੇ ਦਿੱਤੇ ਗਏ। ਔਰ ਇਸ ਤੋਂ ਵੱਧ ਹੋਰ ਸਾਡੇ ਸਿੱਖਿਆ ਮੰਤਰੀ ਦਾ ਸਾਨੂੰ ਤੋਹਫਾ ਕੀ ਹੋ ਸਕਦਾ ਕਿ ਸੇਵਾ ਮੁਕਤ ਜਿਹੜੇ ਨੇ ਸਾਡੇ ਪ੍ਰੋਫੈਸਰ, ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ। ਸੋ ਸਰ ਅਸੀਂ ਨਜ਼ਰ ਨਹੀਂ ਆਉਂਦੇ, ਅਸੀਂ 1158 ਜਿਹੜੇ ਉਮੀਦਵਾਰ ਆ ਸੜਕਾਂ ਦੇ ਧੱਕੇ ਖਾਂਦੇ ਪਏ ਆ। ਅਸੀਂ ਪ੍ਰਦਰਸ਼ਨ ਕਰਦੇ ਆ, ਸ਼ਾਂਤੀਮਈ ਪ੍ਰਦਰਸ਼ਨ ਕਰਦੇ ਆ, ਸਾਨੂੰ ਫਲ ਕੀ ਮਿਲਦਾ? ਪੁਲਿਸ ਦੀਆਂ ਡਾਂਗਾਂ, ਸਾਨੂੰ ਲੇਡੀਜ਼ ਨੂੰ 12-12 ਵਜੇ ਤੱਕ ਥਾਣਿਆਂ 'ਚ ਬਿਠਾਇਆ ਜਾਂਦਾ। ਭੈਣ ਜੀ ਡਾਂਗਾ ਇਹ ਹੈ ਕਿ ਦੇਖੋ ਜਿਹੜਾ ਉਮਰ ਸੀਗੀ ਜਾਂ ਤੁਹਾਡੇ ਛੋਟੇ ਹੋਣਗੇ, ਬੱਚੇ ਵੀ ਹੋਣਗੇ, ਭੈਣ ਭਰਾ ਹੋਣਗੇ ਜਿਹੜੇ ਨੌਕਰੀ ਕਰ ਰਹੇ ਆ ਇੱਥੇ, ਉਹਨਾਂ ਨੂੰ ਡਾਂਗਾ ਮਾਰਨ ਵਾਲੇ 10ਵੀਂ+2, ਔਰ ਤੁਸੀਂ ਸਾਰੇ ਜਿਹੜੇ ਆ ਉਹ ਹਾਇਰ ਯੋਗਤਾ ਵਾਲੇ ਹੈ ਨਾ, ਆਲਮੋਸਟ ਹਾਈਐਸਟ ਯੋਗਤਾ ਕਹਿ ਲਓ ਤੁਸੀਂ।
ਤਾਂ ਮਤਲਬ ਫੀਲ ਨਹੀਂ ਹੁੰਦਾ ਹੈਗਾ ਕਿ ਅਭੀ ਇਹ ਚੱਲ ਕੀ ਰਿਹਾ ਦੇਸ਼ ਦੇ ਵਿੱਚ, ਬਦਲਾਅ ਕਿਸ ਤਰ੍ਹਾਂ ਦਾ ਹੈ? ਸਰ ਬਹੁਤ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਸ਼ੁਕਰ ਹੈ ਕਿ ਸਾਨੂੰ ਹਿੰਮਤ ਮਿਲਦੀ ਹੈ। ਜਿੰਨਾ ਇਹ ਸਾਡੇ ਨਾਲ ਜ਼ੁਲਮ ਕਰ ਰਹੇ ਉਹਨਾਂ ਹੀ ਸਾਡਾ ਕੌਨਫੀਡੈਂਸ ਵਧਦਾ ਹੈ। ਸਰ ਜਿਸ ਤਰ੍ਹਾਂ ਹੁਣ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਤੇ ਸਿਰਫ ਭਗਤ ਸਿੰਘ ਦੇ ਤੇ ਸਿਰਫ ਨਾਂ ਦੀ ਗੱਲ ਕਰਦੇ ਆ ਨਾ ਸਰ, ਅਸੀਂ ਦੇਵਾਂਗੇ ਸੋਚ ਤੇ ਕਰਾਂ। ਅਸੀਂ ਹੁਣ ਵਿਖਾਵਾਂਗੇ ਕਿ ਕੀ ਹੁੰਦਾ ਹੈ ਇਨਕਲਾਬ ਜਿੰਦਾਬਾਦ। ਅਸੀਂ ਸਰ ਹਟਣਾ ਨਹੀਂ ਆ ਜਦ ਤੱਕ ਸਾਡੀ ਭਰਤੀ ਬਹਾਲ ਨਹੀਂ ਹੁੰਦੀ। ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਨਾ, ਪੱਕਾ ਧਰਨਾ ਲਾਵਾਂਗੇ। ਇਹ ਜੋ ਮਰਜ਼ੀ ਸਾਡੇ ਅਤਿਆਚਾਰ ਕਰ ਲੈਣ, ਅਸੀਂ ਪਿੱਛੇ ਨਹੀਂ ਹਟਾਂਗੇ। ਜੀ ਜੀ ਮਿਹਰਬਾਨੀ। ਸੋ ਇਹ ਕੁਝ ਸਾਥੀ ਸੀਗੇ ਜਿਹੜੇ ਸੰਘਰਸ਼ ਕਰ ਰਹੇ ਔਰ ਪੰਜਾਬ ਦੇ ਵਿੱਚ ਜਿਹੜੇ ਹੀਰੇ ਚੁਣ ਕੇ ਨੌਕਰੀ ਹਾਸਲ ਕੀਤੀ ਸੀ ਇਹਨਾਂ ਨੇ, ਉਹਨਾਂ ਦੇ ਹੀਰਿਆਂ ਦੇ ਵਿੱਚੋਂ ਕੁਝ ਹੀਰੇ ਸੀ ਜਿਹੜੇ ਤੁਹਾਡੇ ਨਾਲ ਜੋ ਇਹਨਾਂ ਨੇ ਵਿਚਾਰ ਅੱਜ ਆਪਣੇ ਰੱਖੇ ਨੇ। ਔਰ ਕਮਾਲ ਦੀ ਗੱਲ ਇਹ ਹੈ ਕਿ 2-2 ਦਹਾਕੇ ਇੰਤਜ਼ਾਰ ਕਰਨ ਤੋਂ ਬਾਅਦ ਆ ਕੇ ਇੱਕ ਨੌਕਰੀ ਪ੍ਰਾਪਤ ਕੀਤੀ ਔਰ ਉਹੀ ਨੌਕਰੀ ਖੁਸ਼ ਜਾਂਦੀ ਆ। ਹੋਰ ਇਸੇ ਤਰ੍ਹਾਂ ਦੀਆਂ ਅਪਡੇਟਸ ਲੈ ਕੇ ਆਵਾਂਗੇ। ਬਹੁਤ ਬਹੁਤ ਮਿਹਰਬਾਨੀ।